श्री सुखमना साहिब नामे बाणी, जिस विच बिलावल राग दियाँ 6 अष्टपदियाँ चौथे पातशाह जी दियाँ हन। जो 2 अष्टपदियाँ की कथा आप सरवण कर चुके हो, तीजी अष्टपदी की कथा प्यार सत्कार नाल सरवण करो जी। उचारण करो सतनाम श्री वाहिगुरु जी। सतनाम श्री वाहिगुरु साहिब जीओ। बिलावल महला चौथा। बिलावल राग विच चौथे पातशाह धन धन सतगुरु श्री गुरु रामदास साहिब जी महाराज शोभावन उपदेश की बख्शिश करते हैं। गुरमुख अगम गोचर ध्याया। भाई गुरमुख जना ने या मैं मुखी गुरां द्वारा गमता तो रहित और इंद्रियां दी अविषय प्रभु नू ध्याया है। हौ बल बल सतगुर सतपुरखैया। इसलिए मैं सत उत्तम श्रेष्ठ ते अकाल पुरख दे स्वरूप पूर्ण सतगुरु जी तो मन बाणी करके बलिहार कुर्बान जांदा हां। राम नाम मेरे प्राण वसाए। सतगुरु जी ने मेरे प्राण सवासां दे विच रमे परमात्मा दा नाम वसा दिता है। सतगुर परस हर नाम समैया। सतगुरु जी नाल करके मिलने करके मैं हरि परमात्मा दे नाम दे विच ही लीन हो गया हाँ। जन के टेका हर नाम टकैया। भाई मैं दास दी जो टेक ऊट है वो हरि परमात्मा दे नाम दी ही टिकाई हुई है। या मैं जाने हरि नाम दी ही टेक लई हुई है। सतगुर के तर लगा जावा। भाई मैं सतगुरु दी टेक दे आसरे ही लगिया जावा। भाव हर समय सतगुरां दी ओट दे विच रहा। गुर किरपा ते हर दर लहिया। क्योंकि गुरु दी कृपा तो हरि परमात्मा दा ज्ञान स्वरूप रूपी दर प्राप्त करीदा है। विश्राम देकर फुरमान करदे ने। एहो शरीर कर्म की धरती। ये भाई ये जो मनुखी शरीर है ये कर्मां दी धरती है या कर्मां रूप बीज की धरती है। गुरमुख मथ मथ तत कढ़ैया। इस विच गुरमुख जना ने विचार विचार के ज्ञान रूप मक्खन कढ़ना कीता है। लाल जवे हर नाम पर गसिया। भाई सतगुरां दे पास लाल अते जवेहर दी तरह परमात्मा दा नाम प्रकाश रिया है। या लाल दी तरह प्रेम ते जवेहर दी तरह ज्ञान देने वाला नाम सतगुरु जी ने प्रगट किया है। भांडा भाओ पवै तित अइया। पर जिस दे हृदय रूप भांडे विच भावना प्रेम है उस दे अंदर ही ये नाम रूप पदार्थ आके पैंदा है। दासन दास दास होए रहिया। हे भाई जिहड़े सेवक परमात्मा दी बंदगी करन वाले ने थे महाराज कथन करदे हन। ओ जन राम भगत निज भैया। जिहड़े जन सेवक राम परमात्मा दी भगती करन वाले ने और जिन्हां नूं निज आप वाहिगुरु भा गया है
ਉਹਨਾਂ ਦੇ ਜਿਹੜੇ ਦਾਸਨ ਸੇਵਕ ਨੇ, ਉਹਨਾਂ ਦਾ ਸੇਵਕਾਂ ਦੇ ਵੀ ਦਾਸ ਸੇਵਕ ਹੋ ਕੇ ਰਹਿਣਾ ਕਰੀਏ। ਮਨ ਬੁੱਧ ਅਰਪ ਤਰੁ ਗੁਰ ਆਗੈ। ਇਸ ਲਈ हे ਭਾਈ, ਆਪਣੇ ਮਨ ਦੇ ਸੰਕਲਪ ਅਰ ਬੁੱਧੀ ਦੀ ਸਿਆਣ ਬਾਦਕ ਸਭ ਕੁਝ ਗੁਰੂ ਜੀ ਦੇ ਅੱਗੇ ਸਨਮੁਖ ਭੇਂਟ ਰੱਖ ਦੇਵੋ, ਕਿਉਂਕਿ ਗੁਰ ਪ੍ਰਸਾਦੀ ਮੈਂ ਕਥਕ ਥਈਆ। ਗੁਰਾਂ ਦੀ ਕਿਰਪਾ ਕਰਕੇ ਮੈਂ ਕਥਨ ਤੋਂ ਰਹਿਤ ਸਰੂਪ ਕਥਨ ਕੀਤਾ ਹੈ। ਮਨ ਮੁਖ ਮਾਇਆ ਮੋਹ ਵਿਆਪੇ। ਇਹ ਭਾਈ, ਮਨ ਦੇ ਮਗਰ ਲੱਗਣ ਵਾਲੇ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਲੱਗੇ ਫਿਰਦੇ ਹਨ। ਇਹੋ ਮਨ ਤ੍ਰਿਸ਼ਨਾ ਜਲ ਤਤ ਖਈਆ। ਔਰ ਉਹਨਾਂ ਦਾ ਇਹ ਮਨ ਤ੍ਰਿਸ਼ਨਾ ਦਾ ਸੜਦਾ ਹੋਇਆ ਪਿਆਸਾ ਹੀ ਰਹਿੰਦਾ, ਜਾਂ ਤ੍ਰਿਸ਼ਨਾ ਰੂਪੀ ਪਿਆਸਾ ਦੇ ਨਾਲ ਸੜਦਾ ਰਹਿੰਦਾ ਹੈ। ਗੁਰਮਤਿ ਨਾਮ ਅੰਮ੍ਰਿਤ ਜਲ ਪਾਇਆ। ਗੁਰਮਤੀਆਂ ਨੇ ਗੁਰਾਂ ਦੀ ਸਿੱਖਿਆ ਦੁਆਰਾ, ਗੁਰਮੁਖਾਂ ਨੇ ਨਾਮ ਅੰਮ੍ਰਿਤ ਰੂਪ ਜਲ ਕੀਤਾ ਹੈ, ਜਾਂ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰੂਪ ਜਲ ਪ੍ਰਾਪਤ ਕੀਤਾ ਹੈ। ਅਗਨ ਬੁਝੀ ਗੁਰ ਸ਼ਬਦ ਬੁਝਈਆ। ਜਿਸ ਨਾਮ ਜਲ ਕਰਕੇ ਉਹਨਾਂ ਦੀ ਆਪਣੀ ਤ੍ਰਿਸ਼ਨਾ ਰੂਪ ਆਗ ਬੁਝ ਗਈ ਹੈ, ਤੇ ਉਹਨਾਂ ਨੇ ਗੁਰਾਂ ਦੀ ਉਪਦੇਸ਼ ਦੁਆਰਾ ਹੋਰਨਾਂ ਜਗਿਆਸੂਆਂ ਦੀ ਅੰਦਰੋਂ ਵੀ ਇਹ ਅੱਗ ਬੁਝਾ ਦਿੱਤੀ ਹੈ, ਜਾਂ ਗੁਰ ਸ਼ਬਦ ਦੀ ਬੁਝਾਈ ਹੋਈ ਅੱਗ ਬੁਝ ਗਈ ਹੈ। ਇਹੋ ਮਨ ਨਾਚਾ ਸਤਿਗੁਰ ਆਗੈ। ਉਹਨਾਂ ਗੁਰਮੁਖਾਂ ਦਾ ਇਹ ਮਨ ਸਤਿਗੁਰਾਂ ਦੇ ਸਨਮੁਖ, ਭਾਵ ਗੁਰਾਂ ਦੀ ਆਗਿਆ ਦੇ ਵਿੱਚ ਭਗਤੀ ਰੂਪ ਨੱਚਦਾ ਪਿਆ ਹੈ, ਜਾਂ ਆਗਿਆ ਵਿੱਚ ਚੱਲਣ ਰੂਪ ਨੱਚਦਾ ਪਿਆ ਹੈ। ਅਨਹਦ ਸ਼ਬਦ ਤੁਨ ਤੂਰ ਵਜਈਆ। ਹਰ ਇੱਕ ਰਸ ਗੁਰਾਂ ਦੀ ਉਪਦੇਸ਼ ਰੂਪ ਵਾਜੇ ਦੀ ਧੁਨੀ ਵਜਾਉਂਦਾ ਹੈ। ਮਤਲਬ ਜਿਸ ਤਰ੍ਹਾਂ ਨੱਚਣ ਵਾਲੇ ਵਾਜਾ ਵਜਾਉਂਦੇ ਨੇ ਤੇ ਉਹਨਾਂ ਦੀ ਅੱਡੀ ਹਮੇਸ਼ਾ ਉੱਠਦੀ ਰਹਿੰਦੀ ਹੈ, ਸੱਜੇ ਖੱਬੇ ਹੁੰਦੇ ਰਹਿੰਦੇ ਨੇ। ਇੰਜ ਜਿਹੜੀ ਭੱਜ ਭੱਜ ਕੇ ਗੁਰੂ ਘਰ ਦੀ ਸੇਵਾ ਕਰਨੀ ਹੈ, ਮਹਾਰਾਜ ਦੇ ਦਰਬਾਰ ਦਾ ਪਹਿਰਾ ਲਾਉਣਾ ਹੈ, ਕਦੀ ਅੰਦਰ ਕਦੀ ਬਾਹਰ, ਕਦੀ ਸੱਜੇ ਕਦੀ ਖੱਬੇ, ਤੇ ਜੋ ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਵਾਜਾ ਵਜਾਉਣਾ ਹੈ, ਇਹੀ ਵਾਜੇ ਨਾਲ ਨੱਚਣਾ ਹੈ। ਮਤਲਬ ਮਨ ਗੁਰ ਸ਼ਬਦ ਦੀ ਧੁਨੀ ਦੇ ਵਿੱਚ ਲੱਗਾ ਰਹਿੰਦਾ, ਜੋ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਤੇ ਜਿਹੜਾ ਸਰੀਰ ਹੈ ਇਹ ਸੇਵਾ ਦੇ ਵਿੱਚ ਤੇ ਪ੍ਰਵਿਰਤ ਰਹਿੰਦਾ ਹੈ। ਇਹੀ ਨੱਚਣਾ ਤੇ ਗਾਉਣਾ ਹੈ। ਕਈ ਕਹਿੰਦੇ ਨੇ ਆਖੇ ਜੀ ਮਹਾਰਾਜ ਨੇ ਵੀ ਲਿਖਿਆ, ਗੁਰੂ ਨਾਨਕ ਸਾਹਿਬ ਨੇ ਰੋਕਿਆ ਨਹੀਂ, ਉਹਨਾਂ ਲਿਖਿਆ ਵੀ ਨੱਚਣ ਕੁੱਦਣ ਮਨ ਕਾ ਚਾਓ। ਮਨ ਦਾ ਚਾਓ ਹੀ ਲਿਖਿਆ ਹੈ ਨਾ, ਭਗਤੀ ਦੀ ਨਹੀਂ ਨਾ ਲਿਖੀ। ਇਹ ਤਾਂ ਨਹੀਂ ਲਿਖਿਆ ਵੀ ਨੱਚਣ ਕੁੱਦਣ ਮਨ ਦੀ ਭਗਤੀ, ਇਹ ਤਾਂ ਮਨ ਦਾ ਚਾਓ ਹੈ। ਜਿਹੜਾ ਗੁਰਮੁਖਾਂ ਦਾ ਚਾਅ ਹੈ ਉਹ ਗੁਰੂ ਘਰ ਦੇ ਵਿੱਚ ਹੀ ਪੂਰਾ ਹੋਣਾ ਚਾਹੀਦਾ। ਨੱਚਣ ਗਾਉਣ ਦੇ ਨਾਲ ਕੋਈ ਬਹੁਤਾ ਚਾਅ ਨਹੀਂ ਹੁੰਦਾ। ਤੋ ਇਸ ਲਈ ਗੁਰੂ ਘਰ ਦੇ ਵਿੱਚ ਭਗਤੀ ਕਰਨ ਦੀ ਆਗਿਆ ਹੈ। ਇਹ ਪੰਕਤੀ ਲਿਖਣ ਦਾ ਭਾਵ ਇਹ ਨਹੀਂ ਵੀ ਸਾਨੂੰ ਮਹਾਰਾਜ ਨੇ ਆਖ ਦਿੱਤਾ, ਆਗਿਆ ਦੇ ਦਿੱਤੀ ਵੀ ਨੱਚੋ ਕੁੱਦੋ। ਇਹ ਤਾਂ ਮਨ ਦਾ ਚਾਅ ਹੈ, ਮਨੋਰੰਜਨ ਹੈ। ਜਿਹੜਾ ਮਨ ਦਾ ਚਾਅ ਹੈ, ਮਨੋਰੰਜਨ ਹੈ, ਇਹ ਪਰਚਾ ਸ਼ਬਦ ਦਾ ਹੀ ਕਰਨਾ ਗੁਰਮੁਖ ਨੇ। ਦੀਦਾਰ ਖਾਲਸੇ ਦਾ ਤੇ ਪੂਜਾ ਅਕਾਲ ਕੀ ਕਰਨੀ ਹੈ। ਸੋ ਇੱਕ ਰਸ ਜੋ ਵਾਹਿਗੁਰੂ ਨਾਮ ਦੇ ਵਾਜੇ ਵੱਜੇ ਨੇ ਤੇ ਗੁਰੂ ਮਹਾਰਾਜ ਦੀ ਭਗਤੀ ਵਿੱਚ ਜਾਂ ਸੇਵਾ ਸਿਮਰਨ ਦੇ ਵਿੱਚ ਮਨ ਕਿਰਿਆ ਕਰ ਰਿਹਾ ਹੈ, ਭਗਤੀ ਰੂਪ ਨਿਰਤਕਾਰੀ ਸੇਵਾ ਰੂਪ ਨੱਚ ਰਿਹਾ ਹੈ। ਹਰ ਹਰ ਉਸਤਤਾ ਕਰ ਦਿਨ ਰਾਤੀ। ਜਿਵੇਂ ਗਾਉਣ ਵਾਲੇ ਸਰੀਰਾਂ ਦੀ ਉਸਤਤੀ ਕਰਦੇ ਰਹਿੰਦੇ ਨੇ, ਤੂੰ ਬੜਾ ਚੰਗਾ, ਤੂੰ ਬੜਾ ਚੰਗਾ, ਇੰਜ ਜਿਹੜੇ ਗੁਰਮੁਖ ਨੇ ਉਹ ਕਿਸੇ ਦੇ ਸਰੀਰ ਦੀ ਉਸਤਤੀ ਕਰਨ ਦੀ ਬਜਾਏ
ਵਾਹਿਗੁਰੂ ਦੀ ਦਿਨ ਰਾਤ ਵਡਿਆਈ ਕਰਦੇ ਰਹਿੰਦੇ ਹਨ। ਰਖ ਰਖ ਚਰਨ ਹਰ ਤਾਲ ਪੂਰਈਆ। ਨੱਚਣ ਵਾਲੇ ਤਾਲ ਦੇ ਨਾਲ ਆਪਦੀ ਅੱਡੀ ਉੱਪਰ ਹੇਠਾਂ ਕਰਦੇ ਨੇ। ਇਉਂ ਮਨ ਰੂਪੀ ਜਿਹੜਾ ਪੈਰ ਹੈ ਇਹਨੂੰ ਕਸੰਗਤ ਵੱਲੋਂ ਰੋਕ ਰੱਖਣ ਰੂਪ ਤੇ ਸਤਸੰਗ ਦੀ ਸ਼ਰਧਾ ਵਿੱਚ ਰੱਖਣ ਰੂਪ, ਜਾਂ ਮਨ ਬੁੱਧ ਰੂਪ ਪੈਰਾਂ ਨੂੰ ਸੰਸਾਰ ਵੱਲੋਂ ਰੱਖ ਕੇ ਪ੍ਰਭੂ ਦੇ ਨਾਮ ਦੇ ਤਾਲਾਂ ਨੂੰ ਪੂਰਦੇ ਹਨ, ਜਾਂ ਜੋ ਮਨ ਦੇ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਵਿਸ਼ਿਆਂ ਵੱਲੋਂ ਰੋਕ ਕੇ ਰੱਖਣਾ ਹੈ, ਇਹ ਪਰਮਾਤਮਾ ਦੀ ਤਲਾਸ਼ ਰੂਪੀ ਤਾਲ ਪੂਰਨਾ ਕਰੇ। ਹਰ ਕੈ ਰੰਗ ਰਤਾ ਮਨ ਗਾਵੈ। ਗੁਰਮੁਖਾਂ ਦਾ ਇਹ ਮਨ ਹਰੀ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗਿਆ ਹੋਇਆ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਕਰਦਾ ਹੈ। ਰਸ ਰਸਾਲ ਰਸ ਸ਼ਬਦ ਰਵਈਆ। ਆ ਰਸਾਂ ਦੇ ਵਿੱਚ ਸੁੰਦਰ ਸ਼ਬਦ ਦੇ ਰਸ ਨੂੰ ਰਵਈਆ ਉਚਾਰਨ ਕਰਦਾ ਰਹਿੰਦਾ ਹੈ। ਨਿਜ ਘਰ ਧਾਰ ਚੁਆਇ ਅਤ ਨਿਰਮਲ। ਇਹ ਭਾਈ ਆਪਣੇ ਹਿਰਦੇ ਰੂਪੀ ਘਰ ਵਿੱਚ ਅਤਿਅੰਤ ਉਜਲ ਬ੍ਰਹਮਾਨੰਦ ਰੂਪੀ ਧਾਰਾ ਚੋਂਦੀ ਹੈ। ਜਿਨ ਪੀਆ ਤਨ ਹੀ ਸੁਖ ਲਹੀਆ। ਜਿਸ ਨੇ ਇਸ ਬ੍ਰਹਮਾਨੰਦ ਦੀ ਧਾਰਾ ਨੂੰ ਗੁਰਾਂ ਦੁਆਰਾ ਪੀਣਾ ਕੀਤਾ ਉਸੇ ਨੇ ਹੀ ਆਤਮਿਕ ਸੁਖ ਪ੍ਰਾਪਤ ਕੀਤਾ, ਜਾਂ ਸੁਖ ਸਰੂਪ ਪ੍ਰਭੂ ਨੂੰ ਪ੍ਰਾਪਤ ਕੀਤਾ ਹੈ। ਮਨ ਹਠ ਕਰਮ ਕਰੈ ਅਭਿਮਾਨੀ। ਹੰਕਾਰੀ ਜੀਵ ਮਨ ਦੀ ਜਿੱਦ ਨਾਲ ਜੋ ਕਰਮ ਕਰਦਾ ਹੈ ਉਹ ਇੰਜ ਹੈ। ਜੋ ਬਾਲਕ ਬਾਲੂ ਘਰ ਉਸਰਈਆ। ਜਿਵੇਂ ਬੱਚੇ ਸਮੁੰਦਰ ਦੇ ਕਿਨਾਰੇ ਰੇਤੇ ਦਾ ਘਰ ਬਣਾਉਂਦੇ ਨੇ, ਅਵਲ ਤਾਂ ਉਹ ਘਰ ਰਹਿੰਦਾ ਹੀ ਨਹੀਂ, ਪਰ ਜੇਕਰ ਕੁਝ ਸਮਾਂ ਰਹਿ ਵੀ ਜਾਵੇ ਤਾਂ ਆਵੈ ਲਹਿਰ ਸਮੁੰਦ ਸਾਗਰ ਕੇ। ਜਦੋਂ ਸਮੁੰਦਰ ਦੇ ਸਾਗਰ ਪਾਣੀ ਦੀ ਲਹਿਰ ਤਰੰਗ ਛਲ ਆਉਂਦੀ ਹੈ। ਖਿਨ ਮਹਿ ਪੈਨ ਪੈਨ ਟਹ ਪਈਆ। ਤਦੋਂ ਇੱਕ ਖਿਣ ਦੇ ਵਿੱਚ ਹੀ ਵੱਖੋ ਵੱਖ ਹੋ ਕੇ ਡਿੱਗ ਪੈਂਦਾ ਹੈ। ਇਸੇ ਪ੍ਰਕਾਰ ਰੇਤੇ ਦੀ ਘਰ ਦੀ ਤਰ੍ਹਾਂ ਅਭਿਮਾਨੀ ਜੀਵਾਂ ਦੇ ਕਰਮ ਵਿਅਰਥ ਨੇ। ਭਾਵ ਮਨਮੁਖ ਪੁਰਖ ਭਾਵੇਂ ਅਨੇਕਾਂ ਸਾਧਨਾਂ ਦੇ ਘਰ ਬਣਾਉਂਦਾ, ਪਰ ਜਦੋਂ ਹੰਕਾਰ ਦੀ ਛਲ ਆਉਂਦੀ ਹੈ ਤਦੋਂ ਕੀਤੇ ਸਾਧਨ ਸਕਾਮ ਕਰਮ ਨਿਸਫਲ ਹੀ ਚਲੇ ਜਾਂਦੇ ਹਨ। ਅੱਗੇ ਗੁਰਮੁਖਾਂ ਦੀ ਦ੍ਰਿਸ਼ਟੀ ਕਥਨ ਕਰਦੇ ਨੇ। ਹਰ ਸਰ ਸਾਗਰ ਹਰ ਹੈ ਆਪੇ। ਇਹ ਭਾਈ ਹਰੀ ਭਰੀ ਕਰਨ ਵਾਲਾ ਹਰੀ ਪ੍ਰਭੂ ਆਪ ਹੀ ਸਮੁੰਦਰ ਦੇ ਸਦਰਸ਼ ਹੈ। ਇਹੋ ਜਗ ਹੈ ਸਭ ਖੇਲ ਖਿਲਈਆ। ਇਹ ਸਾਰਾ ਜਗਤ ਸੰਸਾਰ ਉਸ ਪ੍ਰਭੂ ਦਾ ਖੇਡਿਆ ਹੋਇਆ ਖਿਲਾਰਿਆ ਹੋਇਆ ਤਰੰਗ ਬੁਲਬੁਲੇ ਰੂਪ ਖੇਡ ਹੈ। ਜਾਉ ਜਲ ਤਰੰਗ ਜਲ ਜਲ ਹੈ ਸਮਾਵਹਿ। ਇਹ ਭਾਈ ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਰੂਪ ਹੋ ਕੇ ਪਾਣੀ ਵਿੱਚ ਹੀ ਲੀਨ ਹੋ ਜਾਂਦੀਆਂ ਹਨ। ਨਾਨਕ ਆਪੇ ਆਪ ਰਮਈਆ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਵੇਂ ਰਮਿਆ ਹੋਇਆ ਪ੍ਰਮਾਤਮਾ ਆਪ ਹੀ ਸੰਸਾਰ ਰੂਪੀ ਸਮੁੰਦਰ ਹੈ ਤੇ ਆਪ ਹੀ ਜੀਵਾਂ ਰੂਪ ਲਹਿਰਾਂ ਹੈ। ਭਾਵ ਮਹਾਂਪਰਲੋ ਦੇ ਸਮੇਂ ਜੀਵਾਂ ਦੀਆਂ ਦੇਹਾਂ ਦਾ ਭਾਵ ਹੋ ਜਾਏਗਾ ਤੇ ਬਾਕੀ ਇੱਕ ਬ੍ਰਹਮ ਨੇ ਹੀ ਰਹਿ ਜਾਣਾ ਹੈ। ਬ੍ਰਹਮ ਬ੍ਰਹਮ ਮਿਲਿਆ कोई न सके भिन्न कर बलराम जियो। जब आकार उकाश न दृष्टिता पाप पुण्य तब कहते होता। महाप्रलो दे वेले पवन में पवन समाया ज्योति में ज्योत रल जाया। माटी माटी होई एक रोमन हारे की कमन ढेक। तो जीव पंजां तत्तां दे पंजां तत्तां च लीन हो जाणगे। पंज तत्त वाहिगुरू दे विच सम्मिलित हो के ते सब ब्रह्म ही ब्रह्म रह जाएगा। बिलावल महला चौथा। चौथे पातशाह श्री गुरु रामदास साहिब जी महाराज एक जोगी हकीम ते एक सन्यासी हकीम दे परथाए ਇਹ ਸ੍ਰੀ ਸੁਖਮਨਾ ਸਾਹਿਬ ਬਾਣੀ ਉਚਾਰ ਰਹੇ ਹਨ।
ਪਿੱਛੇ ਆਪ ਨੇ ਸਰਵਣ ਕੀਤਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਸੋਂ ਸਤਿਗੁਰਾਂ ਦੀ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਲਾਹੌਰ ਆਪਣੇ ਘਰ ਲੈ ਆਏ ਗੁਰੂ ਰਾਮਦਾਸ ਜੀ ਨੂੰ। ਇੱਥੇ ਇਹਨਾਂ ਦਾ ਦਿਲ ਨਾ ਲੱਗੇ, ਮਨ ਗੁਰੂ ਅਮਰਦਾਸ ਜੀ ਦੇ ਚਰਨਾਂ ਜੀ ਉਦਾਸ ਰਹਿਣ। ਮਾਤਾ ਜੀ ਨੇ ਸੋਚਿਆ ਵੀ ਪਤਾ ਨਹੀਂ ਇਹਨਾਂ ਨੂੰ ਕੋਈ ਹੋਰ ਹੋ ਗਈ ਹੈ, ਮੈਂ ਦਵਾਈ ਦਵਾਵਾਂ। ਤੇ ਜਦ ਉਹਨਾਂ ਨਬਜ਼ ਵੇਖੀ ਤੇ ਫਿਰ ਮਹਾਰਾਜ ਨੇ ਉਪਦੇਸ਼ ਦੇ ਕੇ ਉਹਨਾਂ ਨੂੰ ਬ੍ਰਹਮ ਗਿਆਨੀ ਬਣਾਇਆ। ਇਹ ਉਪਦੇਸ਼ ਸੁਣ ਕੇ ਜੋਗੀ ਹਕੀਮ ਨੇ ਕਿਹਾ ਕਿ हे ਮਹਾਰਾਜ, ਤੁਸੀਂ ਯੋਗ ਮਤ ਧਾਰਨ ਕਰਕੇ ਐਸਾ ਪ੍ਰਚਾਰ ਕਰੋ ਜਿਸ ਕਰਕੇ ਸਾਰੇ ਸੰਸਾਰ 'ਚ ਤੁਹਾਡੀ ਪ੍ਰਸਿੱਧੀ ਹੋ ਜਾਏਗੀ। ਅੱਗੋਂ ਸਤਿਗੁਰਾਂ ਨੇ ਕਿਹਾ ਕਿ हे ਭਾਈ, ਸਾਨੂੰ ਇਸ ਫਾਨੀ ਸੰਸਾਰ ਵਿੱਚ ਪ੍ਰਸਿੱਧੀ ਦੀ ਲੋੜ ਨਹੀਂ ਹੈ। ਅਰ ਜੋ ਤੁਸੀਂ ਯੋਗ ਮਤ ਧਾਰਨ ਦੀ ਗੱਲ ਕਹੀ ਹੈ, ਉਹ ਯੋਗ ਅਸੀਂ ਪਹਿਲਾਂ ਹੀ ਧਾਰਨ ਕੀਤਾ ਹੋਇਆ। ਜੋਗੀ ਨੇ ਕਿਹਾ ਕਿ ਮਹਾਰਾਜ ਜੀ, ਤੁਹਾਡੇ ਪਾਸ ਯੋਗ ਦੀਆਂ ਕੋਈ ਨਿਸ਼ਾਨੀਆਂ ਤਾਂ ਦਿਸਦੀਆਂ ਨਹੀਂ, ਫਿਰ ਤੁਸੀਂ ਕਿਹੜਾ ਯੋਗ ਧਾਰਨ ਕੀਤਾ ਹੈ? ਤਾਂ ਉਸ ਵੇਲੇ ਸਤਿਗੁਰਾਂ ਨੇ ਇਹ ਪਾਵਨ ਅਸ਼ਟਪਦੀ ਉਚਾਰਨ ਕੀਤੀ ਬਿਲਾਵਲ ਰਾਗ ਦੇ ਵਿੱਚ। ਇਹ ਚੌਥੀ ਅਸ਼ਟਪਦੀ ਹੈ। ਸਤਿਗੁਰ ਪਰਚੈ ਮਨ ਮੁੰਦਰਾ ਪਾਈ। ਇਹ ਭਾਈ, ਜੋ ਅਸੀਂ ਸਤਿਗੁਰਾਂ ਦੇ ਨਾਲ ਪ੍ਰੇਮ ਦਾ ਪਰਚਾ ਪਾਇਆ, ਇਹੀ ਮਨ ਦੇ ਸੰਕਲਪ ਵਿਕਲਪ ਰੂਪ ਕੰਨ ਵਿੱਚ ਵਿਚਾਰ ਰੂਪੀ ਛੁਰੀ ਨਾਲ ਚੀਰ ਕੇ ਭਗਤੀ ਨੂੰ ਮੁੰਦਰਾ ਪਾਉਣਾ ਕੀਤੀ ਹੈ। ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ। ਔਰ ਜੋ ਸਤਿਗੁਰਾਂ ਦਾ ਉਪਦੇਸ਼ ਦ੍ਰਿੜ ਕੀਤਾ ਹੈ, ਇਹੀ ਤਨ ਸਰੀਰ ਦੇ ਉੱਪਰ ਸਵਾਹ ਮਲਣਾ ਕੀਤੀ ਹੈ। ਅਮਰ ਪਿੰਡ ਭਏ ਸਾਧੂ ਸੰਗਾ। ਇਹ ਭਾਈ, ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਕਰਕੇ ਮਰਨ ਤੋਂ ਰਹਿਤ ਸਰੀਰ ਵਾਲੇ ਹੋ ਗਏ ਹਾਂ। ਭਾਵ ਅਖੰਡ ਚੇਤਨ ਦੇਹ ਮਿਲ ਗਈ ਹੈ, ਜਿਸ ਕਰਕੇ ਜਨਮ ਮਰਨ ਦੋ ਮਿਟ ਗਈਆ। ਸਾਡਾ ਜੰਮਣ ਤੇ ਮਰਨ ਦੋਵੇਂ ਹੀ ਮਿਟ ਗਏ, ਨਿਵਰਤ ਹੋ ਗਏ ਹਨ। ਮੇਰੇ ਮਨ, ਇਹ ਮੇਰੀਆ ਮਨਾ, ਸਾਧ ਸੰਗਤ ਮਿਲ ਰਹੀਆ। ਇਸ ਲਈ ਸਦਾ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ 'ਚ ਮਿਲ ਕੇ ਰਹਿਣਾ ਕਰ। ਕਿਰਪਾ ਕਰੋ ਮਧਸੂਦਨ ਮਹਦੋ। ਇਹ ਮਧੂ ਨਾਮ ਦੈਂਤ ਦੇ ਕੱਟਣ ਵਾਲੇ ਜਾਂ ਹੰਕਾਰ ਰੂਪੀ ਦੈਂਤ ਕੱਟਣ ਵਾਲੇ ਮਾਧੋ, ਮਾਇਆ ਦੇ ਪਤੀ ਵਿਸ਼ਨੂੰ ਨਹੀਂ, ਭਗਵਾਨ ਅਕਾਲ ਪੁਰਖ ਮਾਲਕ ਵਾਹਿਗੁਰੂ ਜੀ, ਸਾਡੇ ਉੱਪਰ ਆਪਣੀ ਕਿਰਪਾ ਕਰੋ। ਮੈਂ ਖਿਨ ਖਿਨ ਸਾਧੂ ਚਰਨ ਪਖਈਆ। ਜਿਸ ਕਰਕੇ ਮੈਂ ਖਿਨ ਖਿਨ ਕਾਲ ਕਰਕੇ ਸ੍ਰੇਸ਼ਟ ਮਹਾਤਮਾ ਜਨਾਂ ਦੇ ਚਰਨਾਂ ਨੂੰ ਧੋਂਦਾ ਰਹਾ। ਸਤਿਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਨਾਨਕ ਜਪ ਜਪ ਸਦ ਜੀਵਾ। ਸਤਿਗੁਰੂ ਨਾਨਕ ਦੇਵ ਦੇ ਚਰਨ ਧੋਣੇ ਕੀ ਨੇ? ਸੰਗਤ ਦੇ ਚਰਨ ਧੋਣੇ। ਗੁਰੂ ਗ੍ਰੰਥ ਸਾਹਿਬ ਦੇ ਚਰਨ ਧੋਣੇ, ਸੰਗਤ ਦੇ ਚਰਨ ਧੋਣੇ। ਸੰਗਤ ਦੇ ਚਰਨ ਧੋਣੇ ਦਾ ਭਾਵ ਕੀ ਹੈ? ਚਰਨ ਧੋਣਾ ਇੱਕ ਮੁਹਾਵਰਾ। ਕਲਗੀਧਰ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੈਰ ਧੋ ਕੇ ਪੀਣ ਦੀ ਮਰਜ਼ਾਦਾ ਨੂੰ ਬਦਲ ਦਿੱਤਾ ਹੈ। ਚਰਨ ਧੋਣੇ ਦਾ ਮਤਲਬ ਇਹ ਹੈ ਕਿ ਸੰਗਤ ਅੱਗੇ ਨਿਮਰਤਾ ਸਹਿਤ ਰਹਿਣਾ। ਇਉਂ ਮਹਾਰਾਜ, ਮੈਂ ਸੰਤਾਂ ਦੇ ਚਰਨਾਂ ਨੂੰ ਹਮੇਸ਼ਾ ਧੋਂਦਾ ਰਹਾਂ, ਭਾਵ ਕਿ ਮਨ ਕਰਕੇ ਉਹਨਾਂ ਦੀ ਸੰਗਤ ਕਰਦਾ ਰਹਾਂ ਜਾਂ ਪਖਈਆ ਉਹਨਾਂ ਦਾ ਪੱਖ ਲੈਣਾ ਕਰਾਂ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਤਾਜੈ ਗਿਰਸਤ ਭਇਆ ਬਨਵਾਸੀ। ਜਿਹੜਾ ਬੰਦਾ ਪਹਿਲਾਂ ਘਰ ਵਾਲੀ ਵਿਆਹ ਕੇ ਲੈ ਆਉਂਦਾ, ਨਿਆਣੇ ਜੰਮ ਕੇ ਤੇ ਮੁੜ ਕੇ ਛੱਡ ਕੇ ਸਾਧ ਬਣ ਜਾਂਦਾ, ਉਹਦੇ ਕੰਨ ਤੇ ਮਾਰੇ ਵੀ ਤੈਨੂੰ ਪਹਿਲਾਂ ਅਕਲ ਨਹੀਂ ਸੀਗੀ, ਜਾਂ ਤੂੰ ਵਿਆਹੁੰਦਾ ਹੀ ਨਾ। ਉਹਨੂੰ ਰੱਸਾ ਪਾ ਕੇ ਡੰਗਰ ਦੀ ਤਰ੍ਹਾਂ ਘਰ 'ਚ ਬੰਨਣਾ ਚਾਹੀਦਾ ਤੇ ਡੰਡੇ ਨਾਲ ਉਹਨੂੰ ਸੁਧਾਰਨਾ ਚਾਹੀਦਾ। ਤੇ ਇਸ ਵਾਸਤੇ ਉਹ ਨਿਆਣੇ ਵਿਚਾਰੇ ਕੀ ਕਰਨਗੇ? ਤੇ ਜਾਂ ਪਹਿਲਾਂ ਜੰਜਾਲ ਵਿੱਚ ਪਏ ਨਾ। ਕਬੀਰ ਸਾਹਿਬ ਨੇ ਸਿੱਧੇ ਲਫ਼ਜ਼ਾਂ 'ਚ ਰੋਕਿਆ ਹੈ, ਕਬੀਰ ਜੋ ਗ੍ਰਹਿ ਕਰੇ ਤਾਂ ਧਰਮ ਕਰ। ਜੇ ਗਲ ਜੂੜਾ ਪਾਇਆ ਤਾਂ ਬਲਦ ਬਣ ਕੇ ਉਹਨੂੰ ਵਾਹੇ,
नहीं तो पाई ना। मुड़ के कहता जंजाल ने, ये जलन है, ये इंज है, उंज है, तरह तरह दी गल्लां करता है। महाराज कबीर जी कहते भी जे विआह कराया तो उसकी जिम्मेवारी निभाओ भाई, बाल बच्चे की परवरिश करो। नाम जिहड़ा है ये नहीं कहता भी घर छड्ड के चले जाओ ते घरों घर मंगदे फिरो। सतगुरु की बाणी यही समझाउंदी है कि मिठत नीवी नानका गुण चंगाइयां तत, मिठा बोलन निभ चलन हथों दे के भला मनाए। सो जिन्ना चिर विआह नहीं सी हुंदा उदों लैण दा सुभाਅ रहिंदा है, ਉਹ भी लै लीए वो भी लै लीए मंगण दा। जदों बंदे दा विआह हो जाता फिर घर वाली समझाउंदी है भी देना भी पैना। तो इस वास्ते वरतों व्यवहार घर बारां दे तां ही चलदे ने। फिर अकल आउंदी है भी हथों देईदा भी है। घर परिवार वसदा होवे उत्थे कोई ना कोई मंगण आया रहिंदा है। तो इस वास्ते गृहस्थी का जिहड़ा धर्म है वो ये है भी कोई भी आए उन्होंने खाली ना मोड़े, जो सरदा बनता उहदे हथ की तली ते रखे, वंड के छके। किरत करो नाम जपो और वंड के छको, ऐसा धर्म धारण करे। कबीर जो गृह करे तां धर्म कर, नाही तां कर बैराग, नहीं तां फिर बैरागी रहे। बैरागी बंधन करे, जो सरसे वाले की तरह ते लोगों के जीवन बिगाड़ दे, घर च दखलअंदाजी करे, कतलेआम कर दे आपदे विषयों पिछे, सो आपदी जिंदगी पिछे। सो कईयां दे जीवन में दखल दे। फिर इहो जे साध नूं तां जिउंदे ही अग ला के साड़ देना चाहिए, क्योंकि उस संसार की मर्यादा नूं भंग कर रहा। तो इस वास्ते कबीर जो गृह करे तां धर्म कर, नाही तां कर बैराग, बैरागी बंधन करे ताको बड़ो भाग। सब तो माड़े भाग दुनिया च खोटे उस बंदे दे ने जिहड़ा साध बन के पखंडी गुरु बन के ते किसी दी इज्जत नूं उहदे नाल खिलवाड़ करदा। रावण नूं वेखो दुसहरी वाले दिन लोग अग ला के ते उहदा मखौल उड़ाउंदे ने, पटाके चलाउंदे ने और उहदी बुराई नूं उछालदे ने। ते पर घोर कलयुग दे विच घरों घर रावण जम्मे हुए ने, इन्हां दा कोई इलाज नहीं है। सतगुरु महाराज सच्चे पातशाह जी कहंदे भाई जिहड़ा बंदा आपदे परिवार नूं छड्ड दिंदा ते दूजिआं दे परिवारां 'च दखल दिंदा जां जंगल 'च जाके निवासी जंगल दे विच रहण वाला बन जांदा, साध बन जांदा। एक खैन मनुआ टिकाना टिकैया। मेरा तां ये तत्त कढ़िया होया भी जिहड़े नितनेम दा आनंद नियाणियां 'च बह के आउंदा आपदे बच्चिਆਂ 'ਚ, उन्हां एकांत विच नहीं जे आउंदा। तो इस वास्ते जिहड़ा बंदा घर छड्ड के जंगल 'च बैठा होऊगा ਉਹਦਾ एक खिन मात्र भी मन टिकाया टिकदा नहीं है, क्योंकि मन टिकाओ दे नाल ही प्रभु की प्राप्ति होनी है। नावें पातशाह का बचन है, काहि रीपन खोजन जाई, सर्ब निवासी सदा अलेपा तो ही संग समाई। पोप मद ज्यों बास बसत है, मुकर माही जैसी शाई, तैसी ही हर बसे निरंतर घट ही खोजो पाई। एक मैनूं साखी याद आ रही है, श्री गुरप्रताप सूरज ग्रंथ दे विच कवि संतोख सिंह जी ने लिखी है। कोई चुटकला जां आम स्टोरी मन घड़त नहीं है, गुरु जी का इतिहास है। कलगीधर दशमेश पिता श्री गुरु गोबिंद सिंह साहिब जी महाराज जी दे साहिबजादियां दा अज शहीदी दिहाड़ा है और दुनिया नूं साहिबां ने दिखाया भी बच्चे माड़े नहीं हुंदे। जे कुर्बानी होवे गुरमत होवे इहदे नाल नाम रोशन हुंदा है। तो गृहस्थपना माड़ा तां आपदी बनाया होया, साडे मन ने बनाया होया। बंदा माड़ा उहदा मन माड़ा, कोई महाराज ने दुनिया नूं माड़ा नहीं बनाया है। गुरु महाराज सच्चे पातशाह छेवें सतगुरां दे 5 साहिबजादे ते एक धी राणी सीगी। गृहस्थन मैं तू बड़ो गृहस्थी
ਤੇ 3 ਗੁਰੂ ਸਾਹਿਬ ਦੀਆਂ ਸ਼ਾਦੀਆਂ ਸਨ। ਗੁਰੂ ਹਰਗੋਬਿੰਦ ਸਾਹਿਬ ਦੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 3 ਮਹਿਲ ਸਨ ਤੇ 4 ਸਾਹਿਬਜ਼ਾਦੇ। ਸਭ ਦੁਨੀਆ ਜਾਣਦੀ ਹੈ ਔਰ ਜੈ ਜੈਕਾਰ ਹੋ ਰਹੀ ਹੈ। ਜੋ ਮਹਾਰਾਜ ਨੇ ਸਾਹਿਬਜ਼ਾਦਿਆਂ ਨੇ ਬਹਾਦਰੀ ਦਿਖਾਈ, ਕੁਰਬਾਨੀ ਕੀਤੀ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਸਾਨੂੰ ਪਹਿਲੇ ਸਰੂਪ ਤੋਂ ਹੀ ਸਮਝਾਈ ਹੈ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜੋ ਕਮਲ ਰਹੇ ਵਿੱਚ ਪਾਣੀ ਹੈ। ਗੁਟਕਾ ਇਹ ਨਹੀਂ ਕਹਿੰਦਾ ਵੀ ਨਿਆਣਿਆਂ ਨੂੰ ਝਿੜਕਾਂ ਲੈ ਕੇ ਪਾਓ, ਉਹਨਾਂ ਨੂੰ ਦਬਕੇ ਮਾਰੋ, ਪਰੇ ਪਰੇ ਕਰੋ। ਗੁਟਕਾ ਤਾਂ ਪ੍ਰੇਮ ਸਿਖਾਉਂਦਾ। ਜੇ ਤੁਹਾਡੇ ਹੱਥ 'ਚ ਮਹਾਰਾਜ ਨੇ ਫੜਾਤਾ ਤੇ ਬੱਚੇ ਵੀ ਰੱਬ ਦੇ ਹੀ ਨੇ, ਉਹਨੂੰ ਲਾਗੇ ਬਿਠਾਓ, ਗੋਡੇ ਕੋਲ ਬਿਠਾ ਕੇ ਉਹਨਾਂ ਦਾ ਹੱਥ ਮਾਲਾ ਫੜਾਓ, ਚੁੱਪ ਕਰਨ ਦੀ ਜਾਚ ਸਿਖਾਓ, ਬਹਿਣ ਦੀ ਜਾਚ ਸਿਖਾਓ। ਜਿਵੇਂ ਸਕੂਲ ਦੇ ਵਿੱਚ ਸਤ ਸੰਗਤ ਸਤਿਗੁਰ ਚੱਟ ਸਾਲ ਵਿੱਚ ਹਰ ਗੁਣ ਸਿੱਖਾ, ਜਿਹਦੇ ਵਿੱਚ ਹਰੀ ਦੇ ਗੁਣਾਂ ਦੀ ਪ੍ਰਾਪਤੀ ਇਹ ਸਿੱਖੀ ਜਾਂਦੀ ਹੈ। ਇਹ ਚੱਟ ਸਾਲ ਇੱਕ ਪਾਠਸ਼ਾਲਾ ਹੈ। ਜੋ ਨਿਆਣਿਆਂ 'ਚ ਬਹਿ ਕੇ ਨਿਤਨੇਮ ਕਰਨ ਦਾ ਆਨੰਦ, ਉਹ ਇਕੱਲੇ ਬਹਿ ਕੇ ਤਾਂ ਹੈ ਹੀ ਨਹੀਂ। ਖਾਸ ਕਰਕੇ ਮਾਂ ਨੂੰ ਉਹਦਾ ਧਿਆਨ ਹੀ ਨਿਆਣਿਆਂ 'ਚ ਰਹੂਗਾ। ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਰਸਤੇ ਵਿੱਚ ਤੁਰੇ ਜਾ ਰਹੇ ਸਨ। ਗੁਰੂ ਜੀ ਨੂੰ ਪਿਆਸ ਲੱਗੀ ਤੇ ਜਲ ਪਾਸ ਨਹੀਂ ਸੀਗਾ। ਹਮਾਰੇ ਕਹਿੰਦੇ ਸਾਨੂੰ ਪਿਆਸ ਲੱਗੀ ਆ, ਜਲ ਦਾ ਪ੍ਰਬੰਧ ਕਰੋ। ਸਿੱਖਾਂ ਨੇ ਆਲੇ ਦੁਆਲੇ ਵੇਖਿਆ, ਉਹ ਕਿਸੇ ਦੇ ਘਰ ਚਲੇ ਗਏ। ਨਿਰਖ ਪਰਖ ਕੇ ਤੇ ਇਹੋ ਜਿਹਾ ਘਰ ਲੱਭਾ ਜਿਹੜਾ ਸੁੱਚ ਪਵਿੱਤਰਤਾ ਵਾਲਾ ਹੋਵੇ। ਉਹਨਾਂ ਕੋਲੋਂ ਜਲ ਦਾ ਕਟੋਰਾ ਭਰ ਕੇ ਗੁਰੂ ਜੀ ਨੂੰ ਪੇਸ਼ ਕੀਤਾ। ਮਹਾਰਾਜ ਕਹਿੰਦੇ ਜਲ ਕਿੱਥੋਂ ਲੈ ਕੇ ਆਏ ਹੋ? ਕਹਿੰਦੇ ਜੀ ਉਹ ਘਰ ਤੋਂ ਲੈ ਕੇ ਆਏ ਆ। ਤੇ ਕਹਿੰਦੇ ਜਲ ਸੁੱਚਾ? ਕਹਿੰਦੇ ਜੀ ਹਾਂ, ਉਸ ਘਰ ਵਿੱਚੋਂ ਲੈ ਕੇ ਆਏ ਆ ਜਿਸ ਘਰ ਵਿੱਚ ਬੱਚੇ ਨਹੀਂ ਹਨ। ਕਿਉਂ? ਕਿਉਂਕਿ ਨਿਆਣੇ ਹੱਥ ਪੱਲਾ ਮਾਰ ਦਿੰਦੇ, ਬਦੋ ਬਦੀ ਜੂਠੇ ਹੱਥ ਲਾ ਦਿੰਦੇ ਨੇ। ਚੰਗੀ ਤਰ੍ਹਾਂ ਅਸੀਂ ਪੁੱਛ ਪੁਛਾ ਕੇ ਵੀ ਇਸ ਘਰ 'ਚ ਬੱਚੇ ਤਾਂ ਨਹੀਂ ਹਨ, ਜਲ ਸੁੱਚਾ? ਕਹਿੰਦੇ ਜੀ ਹਾਂ, ਜਲ ਸੁੱਚਾ ਹੈ। ਜਿਨ੍ਹਾਂ ਘਰ 'ਚ ਬੱਚੇ ਨਹੀਂ ਉਹਨਾਂ ਘਰ 'ਚੋਂ ਜਲ ਲਿਆਂਦਾ। ਮਹਾਰਾਜ ਨੂੰ ਜਲ ਡੋਲ ਦਿੱਤਾ। ਕਹਿੰਦੇ ਜਲ ਜੂਠਾ ਹੋ ਸਕਦਾ ਹੈ। ਕੀ ਕਾਰਨ ਹੈ? ਕਿਉਂਕਿ ਜਿਹੜਾ ਬੰਦਾ ਇਕੱਲਾ ਹੁੰਦਾ ਹੈ ਉਹ ਸੋਚਦਾ ਹੈ ਵੀ ਮੈਂ ਇਕੱਲਾ ਹੀ ਹਾਂ। ਉਸ ਤਰ੍ਹਾਂ ਖਾਈ ਜਾਣਗੇ, ਉਸੇ ਤਰ੍ਹਾਂ ਹੀ ਵਿੱਚੋਂ ਪਾਈ ਜਾਣਗੇ ਵੀ ਆਪਾਂ ਹੈ ਤਾਂ ਇਕੱਲੇ ਹੀ। ਪੁਰਾਣਾ ਸਮਾਂ ਸੀਗਾ, ਉਹ ਪੁਰਾਣੀਆਂ ਮਾਈਆਂ ਨੇ ਕੀ ਕਰਨਾ, ਜਿਹੜਾ ਪਹਿਲਾ ਪ੍ਰਸ਼ਾਦਾ ਪਕਾਉਣਾ ਕਹਿਣਾ ਬਾਬੀ ਦਾ ਹੈ। ਨਿਆਣਿਆਂ ਹੱਥ ਲਾਉਣਾ, ਕਹਿਣਾ ਪੁੱਤ ਹੱਥ ਨਹੀਂ ਲਾਉਣਾ, ਹੱਥ ਧੋ ਕੇ ਮੇਰੇ ਲਾਗੇ ਬੈਠੋ, ਮੈਂ ਆਪ ਦਊਂਗੀ। ਕਿਉਂਕਿ ਬਾਬੇ ਨੇ ਜੇ ਆਉਣਾ ਹੈ, ਆਪਾਂ ਜੂਠਾ ਨਹੀਂ ਕਰਨਾ ਕੋਈ ਵੀ ਸਮਾਨ। ਤੇ ਸਾਰੇ ਸਮਾਨ ਨੂੰ ਸੁੱਚਾ ਰੱਖਣਾ, ਕਹਿਣਾ ਕੋਈ ਵੀ ਕਿਸੇ ਸਮੇਂ ਵੀ ਕੋਈ ਆ ਸਕਦਾ ਮੰਗਣ ਵਾਲਾ, ਇਸ ਲਈ ਝੂਠ ਨਹੀਂ ਵਰਤਾਈ ਦੀ। ਹੱਥ ਧੋ ਕੇ ਤੇ ਫਿਰ ਮੇਰੇ ਕੋਲੋਂ ਮੰਗੋ। ਜਾਂ ਜੇ ਲਾਉਣੇ ਨੇ ਹੱਥ ਧੋ ਕੇ ਲਾਓ। ਤੇ ਜਿਹੜਾ ਇਕੱਲਾ ਹੁੰਦਾ ਉਹ ਸੋਚਦਾ ਵੀ ਮੈਂ ਹੀ ਖਾਣਾ, ਹੋਰ ਕਿਹੜਾ ਕਿਸੇ ਨੇ ਆਪਾਂ ਕਿਸੇ ਨੂੰ ਦੇਣਾ ਹੈ। ਉਸ ਤਰ੍ਹਾਂ ਹੀ ਖਾਈ ਜਾਂਦੇ, ਉਸ ਤਰ੍ਹਾਂ ਹੱਥ ਲਾਈ ਜਾਂਦੇ। ਇਹ ਮਹਾਰਾਜ ਕਹਿੰਦੇ ਵੀ ਉੱਥੇ ਯਕੀਨ ਨਹੀਂ ਹੈ। ਬੱਚਿਆਂ ਵਾਲੇ ਘਰ 'ਚੋਂ ਜਲ ਲੈ ਕੇ ਆਓ। ਉਹ ਬਦੋ ਬਦੀ ਮਨ 'ਚ ਸ਼ੰਕਾ ਰਹਿੰਦਾ ਵੀ ਨਿਆਣੇ ਕਿਤੇ ਹੱਥ ਨਾ ਲਾ ਦਿੱਤਾ ਹੋਏ। ਬਾਰ ਬਾਰ ਭਾਂਡੇ ਧੋਈਦੇ ਨੇ, ਬਾਰ ਬਾਰ ਚੀਜ਼ਾਂ ਨੂੰ ਸਾਫ਼ ਕਰੀਦਾ ਕਿ ਕਿਤੇ ਬੱਚੇ ਹੱਥ ਨਾ ਲਾ ਗਏ ਹੋਣ। ਇਉਂ ਮਹਾਰਾਜ ਨੇ ਬੱਚਿਆਂ ਵਾਲੇ ਘਰ 'ਚੋਂ ਜਲ ਛਕਿਆ। ਮਹਾਰਾਜ ਕਹਿੰਦੇ ਵੀ ਜਿਹੜਾ ਗ੍ਰਸਤ ਛੱਡ ਕੇ ਤੇ ਪਖੰਡੀ ਸਾਧ ਬਣ ਕੇ ਜੰਗਲਾਂ 'ਚ ਤੁਰਿਆ ਫਿਰਦਾ, ਇੱਕ ਖਿਣ ਵੀ ਉਸ ਬੰਦੇ ਦਾ ਮਨ ਨਹੀਂ ਟਿਕਦਾ। ਪੱਕੀ ਗੱਲ ਜੀ। ਬਾਬੇ ਸੁੰਦਰ ਸਿੰਘ ਖਾਲਸਾ ਪਿੰਡਾਂ ਵਾਲੇ ਨੇ ਦਿਖਾਇਆ। ਇੱਥੇ ਰੋਪੜ ਸ਼ਹਿਰ ਦੇ ਵਿੱਚ ਜਥਾ ਸੀਗਾ, ਤੁਰੇ ਜਾ ਰਹੇ ਸੀ। ਖਾਸ ਕਰਕੇ ਤੁਰ ਕੇ ਹੀ ਸਫ਼ਰ ਕਰਦੇ। ਇੱਕ ਜੋਗੀ ਸੜਕ ਕੰਢੇ ਬੈਠਾ ਹੋਇਆ, ਉਹ ਦੰਦੀਆਂ ਜਿਹੀਆਂ ਕੱਢੀ ਜਾਏ, ਐਵੇਂ ਮੂੰਹ ਜਿਹਾ ਖਰਾਈ ਜਾਏ, ਨਾ ਕੋਈ ਆਸੇ ਪਾਸੇ ਨਾ ਕੋਈ ਸਾਹਮਣੇ। ਅੱਖਾਂ ਉਹਦੀਆਂ ਬੰਦ ਤੇ ਦੰਦ ਜੇ ਕੱਢੀ ਜਾਏ, ਉਹੀ ਹੱਸੀ ਜੇ ਜਾਏ ਜਿਸ ਤਰ੍ਹਾਂ ਕਮਲਾ ਬੰਦਾ ਕਰਦਾ। ਮਹਾਂਪੁਰ ਕਹਿੰਦੇ ਸਿੰਘੋ ਪਤਾ ਜੀ ਇਹ ਜੋਗੀ ਦੰਦੀਆਂ ਕਿਉਂ ਕੱਢ ਰਿਹਾ? ਕਹਿੰਦੇ ਜੀ ਨਹੀਂ, ਇਹ ਰੀਅਲ ਸਟੋਰੀ ਹੈ।
ਸੰਤਾਂ ਨੇ ਸਿੰਘਾਂ ਨੂੰ ਦੱਸਿਆ ਕਿ ਨਿਕੰਮਾ ਬੰਦਾ 10ਵੇਂ ਦਵਾਰ ਦੇ ਵਿੱਚ ਇਹ ਰਾਗ ਰੰਗ ਵੇਖ ਰਿਹਾ, ਦਿੱਲੀ ਦੇ ਵਿੱਚ ਵੇਸਵਾ ਨੱਚ ਰਹੀ ਹੈ ਤੇ 10ਵੇਂ ਦਵਾਰ 'ਚ ਜਾ ਕੇ ਵੇਸਵਾ ਦਾ ਨਾਚ ਵੇਖ ਰਿਹਾ ਜੀ। ਹਵਾ ਦੇ ਨਾਲ ਉਹਦਾ ਬਸਤਰ ਭਰਾ ਹੋਇਆ ਤੇ ਦੰਦੀਆਂ ਖਰਾ ਰਿਹਾ। ਇਹੋ ਜਿਹੇ ਜੋਗੀ ਹੁੰਦੇ ਨੇ। ਮਤਲਬ ਮਨ ਦਾ ਜੇ ਉਹ ਪੁੱਠਾ ਚਲਾ ਗਿਆ ਫਿਰ ਸ਼ਕਤੀਆਂ ਵੀ ਬੁਰੀਆਂ। ਤੋ ਇਸ ਵਾਸਤੇ ਗੁਰੂ ਘਰ ਦੇ ਵਿੱਚ 10ਵੇਂ ਦਵਾਰ ਦੀ ਕੋਈ ਅਹਿਮੀਅਤ ਨਹੀਂ ਹੈ। ਮਹਾਰਾਜ ਨੇ ਨਾਮ ਜਪਣ ਦੀ ਆਗਿਆ ਕੀਤੀ ਹੈ, ਇਸ ਲਈ ਆਪਦੇ ਘਰ 'ਚ ਬੈਠ ਕੇ ਹਿਰਦੇ ਨਾਮ ਵਸਾਇਓ, ਘਰ ਬੈਠੇ ਗੁਰੂ ਤੇ ਆਇਓ। ਨਿਆਣਿਆਂ ਦੇ ਵਿੱਚ ਉਹਨਾਂ ਦੀ ਸੰਭਾਲ ਕਰਦੇ ਆ, ਪਰਵਿਸ਼ ਕਰਦੇ ਆ, ਆਪਦੀ ਜ਼ਿੰਮੇਵਾਰੀ ਨਿਭਾਉਂਦੇ ਆ, ਨਿਤਨੇਮ ਕਰੋ। ਸਭ ਤੋਂ ਵੱਡਾ ਬਹਾਦਰ ਬੰਦਾ ਉਹ ਹੈ ਜਿਹੜਾ ਛੱਡ ਕੇ ਭੱਜ ਗਿਆ। ਉਹ ਤਾਂ ਗਿੱਦੜ ਹੈ, ਕਾਇਰ ਹੈ, ਡਰਪੋਕ ਹੈ। ਤੋ ਇਸ ਲਈ ਜੇ ਗੁਰੂ ਘਰ ਆਉਂਦੇ ਆ ਤਾਂ ਬੱਚਿਆਂ ਨੂੰ ਵੀ ਨਾਲ ਲਿਆਉਣਾ ਚਾਹੀਦਾ। ਗੁਰਦੁਆਰਾ ਸਾਹਿਬ ਵੱਡੀ ਉਮਰ ਦੇ ਗੁਰਮੁਖਾਂ ਦੇ ਹੀ ਖਾਸ ਕਰਕੇ ਦਰਸ਼ਨ ਹੁੰਦੇ ਨੇ। ਨੌਜਵਾਨ ਤੇ ਬੱਚਿਆਂ ਦੀ ਸੋਚ ਇਹ ਹੈ ਕਿ ਆਪਾਂ ਬੁੱਢੇ ਹੋਵਾਂਗੇ ਤਾਂ ਆਪਾਂ ਇਹ ਕੰਮ ਕਰਾਂਗੇ। ਮਤਲਬ ਇਹ ਕੰਮ ਐਕਸਪਾਇਰ ਬੰਦਿਆਂ ਦਾ ਮੰਨਿਆ ਜਾਂਦਾ ਵੀ ਜਿਹਨੂੰ ਗੌਰਮੈਂਟ ਪੱਤੇ ਕੱਟ ਕੇ ਘਰ ਭੇਜ ਦਿੰਦੀ, ਪੈਨਸ਼ਨ ਦੇ ਵੀ ਉਹ ਚਲੋ ਉਹਨਾਂ ਦਾ ਕੰਮ ਹੈ। ਐਸਾ ਗੁਰੂ ਘਰ ਵਿੱਚ ਕੁਛ ਵੀ ਨਹੀਂ ਹੈ। ਸਤਿਗੁਰੂ ਮਹਾਰਾਜ ਨੇ ਸਾਨੂੰ ਉਦਾਹਰਣ ਦਿੱਤੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਧਰੂ 5 ਸਾਲ ਦਾ ਤੇ ਪ੍ਰਹਿਲਾਦ 7 ਸਾਲ ਦਾ। ਇਹਨਾਂ ਦੋਨਾਂ ਭਗਤਾਂ ਨੇ ਸਭ ਤੋਂ ਛੋਟੀ ਉਮਰ 'ਚ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਪਾਏ। ਕਹਿੰਦੇ ਇੰਜ ਨਾਮ ਜਪੀਏ ਭਾਈ। ਜੋ ਗ੍ਰਸਤ ਪਰਿਵਾਰ ਛੱਡ ਕੇ ਜੰਗਲਾਂ ਦਾ ਵਾਸੀ ਬਣਦਾ, ਇੱਕ ਖਿਣ ਮਾਤਰ ਵੀ ਉਹਦਾ ਮਨ ਟਿਕਾਓ ਵਿੱਚ ਨਹੀਂ ਰਹਿੰਦਾ ਹੈ। ਮਨ ਚਿੜਚਿੜਾ ਹੋ ਜਾਂਦਾ, ਗੁੱਸੇ ਖੋਰ ਬਣ ਜਾਂਦਾ। ਬੱਚਿਆਂ 'ਚ ਰਹਿਣ ਵਾਲਾ ਮਨ ਜਿਹੜਾ ਉਹ ਪ੍ਰੇਮੀ ਰਹਿੰਦਾ ਹੈ। ਤਾਵਤ ਤਾਏ ਤਦੇ ਘਰ ਆਵੈ। ਇਹ ਭਾਈ ਧਾਉਣ ਵਾਲੇ ਪਦਾਰਥਾਂ ਦੇ ਪਿੱਛੇ ਦੌੜਦਾ ਹੋਇਆ ਮਨ ਤਦੋਂ ਸਰੂਪ ਰੂਪੀ ਜਾਂ ਤੁਰਿਆ ਪਦ ਰੂਪੀ ਘਰ ਵਿੱਚ ਆ ਸਕਦਾ ਹੈ। ਹਰ ਹਰ ਸਾਧੂ ਸਰਨ ਪਵਈਆ। ਜਦੋਂ ਹਰੀ ਭਰੀ ਕਰਨ ਵਾਲੇ ਹਰੀ ਪਰਮਾਤਮਾ ਦੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਸ਼ਰਨ ਓਟ ਦੇ ਵਿੱਚ ਪੈ ਜਾਵੇਗਾ। ਧੀਆ ਪੁੱਤ ਛੋੜ ਸੰਨਿਆਸੀ। ਪਹਿਲਾਂ ਧੀਆਂ ਪੁੱਤ ਜੰਮ ਲੈਣੇ, ਮੁੜ ਕੇ ਛੱਡ ਕੇ ਸਿਰ ਮੂੰਹ ਮਨਾ ਕੇ ਨਾਰ ਮੋਈ ਘਰ ਸੰਪਤ ਨਾਸੀ, ਮੂੰਡ ਮੰਡਾਏ ਭਇਓ ਸੰਨਿਆਸੀ। पैर दी अड्डी की तरह सिर की टिंड कढ़ के आखना जी असी हमें तो सन्यासी होते हैं। वो अपने मन दे विच आसा आस मन बहुत करैया। आसा ही आसा उम्मीदा ही उम्मीदा बनाई रखता है। आपदे धीआं पुत छड़ दिते ते लोकां दे धीआं पुतां नूं जफियां पाउंदा, गलवकड़ियां जो उन्हां सिर ते प्यार दिंदा। सादा काम ही नहीं किसी नूं हथ लाउणा। मैनूं माफ़ करना जी मैं गलत ना होवां। सिर ते हथ रखना, उन्होंने गलवकड़ी पाउणी, प्यार देना, इसका मतलब ही कोई नहीं। 5 फुट पढ़े रहो। जे तुहाडे च कोई ताकत है तो वैसे नाम जपा के उहदा चित जोड़ो। प्यार तो गुरु महाराज का है। कई कहणगे बेटा पुत अलागे तुहाडे मटौर पिंड नगर निवासियों का नाम सी बाबा निरंग सिंह ते असीं रखिया सी बाबा माह सिंह। बजुर्ग हो के चढ़ाई कीते ते उन्हां दे विचार मैनूं बहुत चंगे लगदे, अजे तक याद ने। उन्हां कहना भावें बच्चा 5 साल का ही है पर अमृतधारी भुजंगी नूं कदी बेटा ना आखो, कदी पुत ना आखो। जिहड़े बेटे ने वो तां गुरु गोबिंद सिंह महाराज दे ने, ਧੀਆਂ भी गुरु गोबिंद सिंह महाराज दियां ਸਿੰਘਣੀਆਂ ਹਨ। तो इसलिए ये भावना ना करो कि फलानी धी ते फलाना पुत, पुत इधर आ धी इधर आ। जो अमृतधारी है वो गुरु गोबिंद सिंह महाराज का खालसा है। भावें वो बीबी है तो भावें वो सिंह है जिन्हें दस्तार सजाई है। मैं तो घरदियां नूं नहीं हथ लाउण दिंदा। सिर ते हथ रखने का मतलब की है? सिंह की दस्तार ताज है। किसी राजे के ताज नूं तुसीं हथ ला के दिखाओ। पंजाबी यूनीवर्सिटी डायरैक्टरां दे नाल मीटिंग हुई
बाल उपदेश की प्रोनाउंसिएशन सी कोई अखरां दी ते उन्हां तो मैं सुनिया जिहड़ी कुर्सियां तो बैठे वड्डा टेबल लगा होया साडे बैठण की जगह उन्हां दे सामने वखरी सीगी। एक गुरमुख प्यारे उन्हां वाले पासे हो के ते उन्हां दे कोल जाके गल करन दी कोशिश करन ते उन्हां बड़े सत्कार ते प्यार नाल आखिया कहंदे गुरमुखो जो तुहाडी जगह उत्थे कुर्सी ते बैठ के गल करो साडे नाल। मतलब कोई भी ऑफिस जिहड़ा वड्डे तो वड्डा वो आपदे पास नहीं होण दिंदा, आपदे लागे नहीं खड़ा होण दिंदा। अजकल माहौल भी ऐसा चल रहा, अगले तारां लाइया होंदियां, सेबा बन्निया हुंदा रस्सी भी 10 फुट दूर हो के गल करो। सिर ते हथ रख के प्यार देने का मतलब ही कोई नहीं। सिर ते हथ तां गुरु ग्रंथ साहिब महाराज दा है। जदों अमृत छक लिया तो गुरु गोबिंद सिंह ने साडे सिर ते हथ रख दिता। प्यार तां 10 पातशाहियां दा है जो असीं नित मत्था टेक के लैंदे हां। किसी टुकड़ बहुत साहब का हथ रखाउण दा मतलब की होया भला? आपदा स्टैंडर्ड रखना चाहिए ते चढ़दी कला दे नाल महाराज दे उपर श्रद्धा रखो। सेवा करनी है 100 बार करो, सत्कार करो, प्यार नाल बुलाओ। ते पर बेटा या बेटी या इस तरह की वर्डिंग या प्यार वाली सो भावना कि मैं इनू आशीर्वाद दे रही हाँ, आशीर्वाद तो गुरबाणी का है जो आप नित पढ़ते हैं। तो इस वास्ते पातशाह जी कथन करते हैं कि आपदे धीआं पुत छड़ दिते ते 100 चेले चेलियां बना लईआं। लोकां दे बच्चों नाल मोह करदा रहा, काम ही यही है। आओ जी किवें है जी, की हाल है जी, यही गल्लां। पिछे दी पिछे अगला मत्था टेकन आया, वह सारा सजरा खोल के ते बैठे सेवा करन, 5 या 10 मिनट गल्लां करी जानियां, निंदिया चुगली हरेक दी CID लई जानी। एक को सुन के फिर दूजे ना, दूजे को तीजे ना, गलती गल्लां बना देनियां। तो इस तरह दीयां बातां गुरु घर दे विच नहीं चलदियां। महाराज कहंदे गाली हल पलालिया काम ना आवे मित। पातशाह जी फरमान करते हैं ते आपोत छोड़ सन्यासी। आप दियां धीआं छड़ दित्तियां ते दूजियां दियां धीआं नाल मोह पा लिया। आपदे पुत छड़ दिते ते दूजे चेले बना ले। जे किसी ने नहीं दिते ते गुस्सा कीता। जिवें हमजा गौंस सियालकोट शहर नूं बर्बाद करन लई चलीसा रखिया होया सी ते महाराज गुरु नानक साहब ने मसा ही बचाया। उहदे गुम्मट दा उपरला हिस्सा सो फटा दिता। एकदम सूरज की किरण गई, उन्होंने आवाज़ आई, वो डरदा बाहर निकलिया। महाराज कहंदे साधा वो संता कातों चलीसा रखिया? कहंदा जी सारे निकम्मे ने, किसी ने काम दे। मैं 4 पुत दिते एक शाहूकार नूं, मंगिया एक सीगा, दिते 4 ते आख्या सी एक मैनू दे दी, वो दे नहीं रहा। महाराज कहंदे फिर की हो गया? इन्ना भी काहदा गुस्सा होया? फिर साध बनदा तेरा की फायदा जो पुत्तां ने मूँह पाउणा? इहनूं तूं आपदा ही विआह करा लैंदा। आपदा तू कुछ कीता नहीं, दूजियां नाल मोह कर रहा। जे नहीं उन्हें दिता तो वो जने फिर की है? ये थोड़ो भी सारे का सारा शहर ही मारा वेख तेनों असीं दिखाउंदे आ। वो सच ते झूठ खरीदण लई महाराज ने भेजिया सी। फिर मूला खत्री वो आया ते इंज गुरु साहब ने दिखाया भी आ वेख लो, जिन्हां ने मरना सच मन्निया, जीवना झूठ मन्निया, वो भी हन। ते तू क्यों इस तरह कर रहा? हमजा गौस की कल्याण की सी, इंज सन्यासी बन गया, धीआं पुत छड़ दिते। आसा आस मन बहुत करैया। पर मन आसा ही आसा, उम्मीदां ही उम्मीदां करदा है। इच्छा मान मनुखां दे पासों माया की इच्छा करदा है। आसा आस कर नहीं बूझा। जीव आसा उम्मीदां ही करदा होया गुरां द्वारा
ਆਪਣੇ ਸਰੂਪ ਨੂੰ ਬੁੱਝਦਾ ਨਹੀਂ ਹੈ, ਸਮਝਦਾ ਨਹੀਂ ਹੈ। ਗੁਰ ਕੈ ਸ਼ਬਦ ਨਿਰਾਸ ਸੁਖ ਲਹੀਆ, ਉਹਦੀ ਆਸਾ ਬੁੱਝਦੀ ਨਿਵਰਤ ਨਹੀਂ ਹੁੰਦੀ। ਜੇਕਰ ਗੁਰਾਂ ਦੀ ਉਪਦੇਸ਼ ਦੀ ਕਮਾਈ ਕਰਕੇ ਆਸਾਂ ਤੋਂ ਰਹਿਤ ਹੋਵੇ ਤਾਂ ਹੀ ਆਤਮਿਕ ਆਨੰਦ ਨੂੰ ਪ੍ਰਾਪਤ ਕਰ ਸਕਦਾ ਹੈ। ਉਪਜੇ ਤਰਕ ਦਿਗੰਬਰ ਹੋਆ, ਜਦ ਕਿਸੇ ਜੀਵ ਦੇ ਅੰਦਰ ਇਸਤਰੀ ਪ੍ਰਤੀ ਜਾਂ ਪੁੱਤਰ ਆਦਿਕ ਪਰਿਵਾਰ ਦੇ ਮਰਨ ਤੋਂ ਦੋਖ ਦ੍ਰਿਸ਼ਟੀ ਪੈਦਾ ਹੋਈ ਤਾਂ ਜੀਵ ਦਿਸ਼ਾ ਨੂੰ ਬਸਤਰ ਬਣਾਉਣ ਵਾਲਾ ਨਾਂਗਾ ਹੋ ਗਿਆ। ਮਤਲਬ ਜੋ ਇਸਤਰੀ ਚੜ੍ਹਾਈ ਕਰ ਗਈ ਜਾਂ ਪੁੱਤਰ ਕਹਿਣੇ ਤੋਂ ਬਾਹਰ ਹੋ ਗਏ ਤੇ ਫਿਰ ਵੈਰਾਗਮਨ ਹੋ ਕੇ ਵੈਰਾਗੀ ਬਣ ਗਿਆ, ਨਾਂਗਾ ਸਾਧ ਬਣ ਗਿਆ ਕਿ ਸੰਸਾਰ ਨਾਸ਼ਵੰਤ ਹੈ, ਕੁਝ ਵੀ ਨਹੀਂ ਹੈ। ਮਨ ਦਹਿ ਦਿਸ ਚਲ ਚਲ ਗਵਨ ਕਰਈਆ, ਪਰ ਮਨ ਦਸੇ ਦਿਸ਼ਾਵਾਂ ਦੇ ਪਦਾਰਥਾਂ ਵੱਲ ਜਾ ਜਾ ਕੇ ਭੰਬੀਰੀ ਦੀ ਤਰ੍ਹਾਂ ਚੰਚਲ ਹੋ ਕੇ ਗਮਨ ਕਰਦਾ ਫਿਰਦਾ ਰਹਿੰਦਾ ਹੈ। ਪ੍ਰਭ ਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ, ਜੀਵ ਵਿਸ਼ੇਸ਼ ਕਰਕੇ ਪੁਰਾਣੇ ਘਰਾਂ ਆਦਿਕ ਵਿੱਚ ਭਰਮਣ ਕਰਦਾ ਹੈ ਪਰ ਉਹਦੀ ਤ੍ਰਿਸ਼ਨਾ ਬੁੱਝਦੀ ਨਹੀਂ, ਨਿਵਰਤ ਨਹੀਂ ਹੁੰਦੀ ਹੈ। ਘਰੋਂ ਘਰ ਤੁਰਿਆ ਫਿਰਦਾ ਹੈ, ਸਾਧਨ ਭੋਜਨ ਮੰਗਤ ਭਾਗੈ, ਖੁਦਿਆ ਦੁਸ਼ਟ ਜਲੈ ਦੁਖ ਆਗੈ। ਜੋਗੀ ਹੋਵਾਂ ਜਗ ਭਾਵਾਂ, ਘਰ ਘਰ ਭੀਖਿਆ ਲਿਓ। ਜੋਗੀ ਤਾਂ ਬਣਨਾ ਚਾਹੀਦਾ ਸੀ। ਜੋਗ ਦੀ ਡੈਫੀਨੇਸ਼ਨ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ, ਤੇ ਜੋਗੀ ਬਣ ਗਿਆ ਮੰਗਣ ਵਾਸਤੇ। ਸਾਰੀ ਦਿਹਾੜੀ ਪਿੰਡਾਂ ਨੂੰ ਹੀ ਗਾਉਂਦਾ ਰਿਹਾ, ਘਰੋਂ ਘਰ ਜੋਗੀ ਹੋਵਾਂ ਜਗ ਭਾਵਾ, ਘਰ ਘਰ ਭੀਖਿਆ ਲਿਓ। ਤੇ ਲੋਕਾਂ ਦੀ ਭਾਵਨਾ ਹੁੰਦੀ ਹੈ, ਕੋਈ ਕੁਛ ਮੰਗਦਾ, ਕੋਈ ਕੁਛ ਮੰਗਦਾ, ਪਰ ਜੇ ਸਮਰੱਥਾ ਨਹੀਂ ਹੈ ਦੇਣ ਦੀ ਤਾਂ ਧਰਮਰਾਜ ਦੀ ਕਚਹਿਰੀ 'ਚ ਲੇਖਾ ਤਾਂ ਹੋਏਗਾ। ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਜਿੰਨਾ ਦਿੱਤਾ ਰੋਟੀਆਂ ਖਵਾਈਆਂ ਉਹ ਲੈਣ ਲਾ ਕੇ ਖੜੇ ਹੁੰਦੇ ਨੇ, ਰੋਟੀ ਖਾ ਕੇ ਜਪਜੀ ਸਾਹਿਬ ਪੜ੍ਹਿਆ ਹੀ ਨਹੀਂ, ਨਾ ਆਪਦਾ ਭਲਾ ਨਾ ਖਵਾਉਣ ਵਾਲੇ ਦਾ ਭਲਾ। ਸੋ ਜਪਜੀ ਸਾਹਿਬ ਪ੍ਰਸ਼ਾਦਾ ਛਕ ਕੇ ਪੜ੍ਹਨ ਦੀ ਮਰਜ਼ਾਦਾ ਹੈ। ਜਾਂ ਘੜੀ ਘੰਟਾ ਰੱਬ ਦਾ ਨਾਮ ਲਿਆ ਜਾਏ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਖਾਧਾ ਵੀ ਜੀ ਤੇ ਇਸ ਵਾਸਤੇ ਉਹਨਾਂ ਦਾ ਵੀ ਭਲਾ ਨਹੀਂ ਹੋਇਆ। ਨਾ ਬਾਣੀ ਬੜੀ ਨਾ ਸੇਵਾ ਕੀਤੀ ਤਾਂ ਫਿਰ ਕੋਈ ਲਾਭ ਨਾ ਹੋਇਆ। ਲੇਖਾ ਤਾਂ ਦੇਣਾ ਪਊਗਾ। ਉਹ ਸਾਰੇ ਲੈਣ ਲਾ ਕੇ ਖੜੇ ਹੋਣਗੇ, ਧਰਮਰਾਜੇ ਨੂੰ ਪੁੱਛਣਗੇ ਵੀ ਇਹ ਬੰਦਾ ਸਾਥੋਂ ਆਹ ਚੀਜ਼ ਲੈਂਦਾ ਰਿਹਾ ਹੈ, ਅਸੀਂ ਉਹਨੂੰ ਦਿੰਦੇ ਰਹੇ ਹਾਂ, ਸਾਡੀ ਭਾਵਨਾ ਤਾਂ ਪੂਰੀ ਕੀਤੀ ਨਹੀਂ। ਜਾਂ ਤਾਂ ਅਰਦਾਸ ਪੂਰੀ ਹੋਏ, ਜਾਂ ਕਿਸੇ ਨੂੰ ਵਰ ਦੇਣ ਵਾਲਾ ਕੁਛ ਕਣੀ ਹੋਵੇ, ਜਾਂ ਅਗਲੇ ਦਾ ਕੰਮ ਸਵਾਰੇ, ਕੁਛ ਨਾ ਕੁਛ ਤਾਂ ਹੋਏ। ਤਾਂ ਇਸ ਵਾਸਤੇ ਇਹਦਾ ਲੇਖਾ ਹੁਣ ਸਾਨੂੰ ਭੁਗਤਾਓ ਜੀ। ਉਹ ਫਿਰ ਜਿਸ ਤਰ੍ਹਾਂ ਗੁਰਦੁਆਰਾ ਲਦਾਈ ਕੇ ਜਿੱਥੇ ਛੇਵੇਂ ਪਾਤਸ਼ਾਹ ਨੇ ਕੀੜਿਆਂ ਵਾਲੇ ਸੱਪ ਦੀ ਕਲਿਆਣ ਕੀਤੀ, ਇੰਝ ਹੀ ਫਿਰ ਹੁੰਦਾ ਹੈ। ਉਹ ਪਖੰਡੀ ਗੁਰੂ ਸਾਧ ਕੀੜਿਆਂ ਵਾਲਾ ਸੱਪ ਬਣ ਗਏ ਤੇ ਉਹ ਦੂਜੇ ਚੇਲੇ ਕੀੜੇ ਬਣ ਕੇ ਉਹਦੇ ਕੋਲ ਲੇਖਾ ਲੈਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਪਰਭਵਨ ਕਰਦਾ ਕੇਵਲ ਮੰਗਣ ਵਾਸਤੇ, ਤ੍ਰਿਸ਼ਨਾ ਨਹੀਂ ਬੁੱਝਦੀ। ਮਿਲ ਸੰਗ ਸਾਧ ਦਇਆ ਕਰ ਲਹੀਆ। ਹਾਂਜੀ ਪੜੋ। ਪਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ, ਵਿਸ਼ੇਸ਼ ਕਰਕੇ ਘਰੋਂ ਘਰੀ ਭਰਮਣ ਕਰਦਾ ਰਹਿੰਦਾ ਪਰ ਜਿਹੜੀ ਮੰਗਣ ਦੀ ਜਾਂ ਪ੍ਰਾਪਤੀ ਦੀ ਤ੍ਰਿਸ਼ਨਾ ਉਹਦੀ ਬੁੱਝਦੀ ਨਹੀਂ ਹੈ। ਮਿਲ ਸੰਗ ਸਾਧ ਦਇਆ ਕਰ ਲਹੀਆ। ਆ ਚੋਲੇ ਦੀ ਇੰਨੀ ਬਦਨਾਮੀ ਹੋਈ ਪਈ ਹੈ, ਕਿਤੇ ਚਲੇ ਜਾਓ ਦੁਕਾਨ ਤੇ ਅਗਲਾ ਵੇਖ ਕੇ ਮੂੰਹ ਘੁਮਾ ਲੈਂਦਾ, ਰਾਹ ਹੀ ਨਹੀਂ ਦੱਸਦੇ, ਕੋਈ ਚੰਗੀ ਚੀਜ਼ ਨਹੀਂ ਦਿਖਾਊਗਾ ਚੋਲੇ ਵਾਲੇ ਨੂੰ। ਉਹਨਾਂ ਦਾ ਮਤਲਬ ਹੁੰਦਾ ਵੀ ਇਹਨਾਂ ਕਿਹੜਾ ਪੈਸੇ ਦੇਣੇ ਨੇ, ਇਹ ਤਾਂ ਮੁਫਤ ਦੇ ਗਾਹਕ ਹਨ, ਪਤਾ ਨਹੀਂ ਮੰਗੀ ਨਾ ਲੱਗ ਪੈਣ, ਵਧੀਆ ਚੀਜ਼ ਨਹੀਂ ਦਿਖਾਉਣਗੇ, ਘਟੀਆ। ਕਿਉਂਕਿ ਇਹ ਭਾਵਨਾ ਹੀ ਲੋਕਾਂ ਨੇ ਬਣਾਈ ਹੋਈ ਹੈ। ਤੋ ਹੱਥ 'ਚ ਕਿਸੇ ਨੇ ਪਰਚੀਆਂ ਫੜੀਆਂ ਹੋਣਗੀਆਂ, ਪਰਚੀਆਂ ਕੱਟੀ ਜਾਣਗੇ, ਐਵੇਂ ਝੂਠਾ ਹੀ ਨਾ। ਆ ਪਿੱਛੇ ਜੇ ਮੁੰਡੇ ਫੜੇ ਸੀ, ਉਹ ਸਾਹਿਬਜ਼ਾਦੇ ਨਾਂ ਦੇ ਪਰਚੀਆਂ ਕੱਟ ਰਹੇ, ਚੰਗੇ ਘਰਾਂ ਦੇ ਮੁੰਡੇ, ਔਰ ਉਹ ਮੰਨੇ। ਜਦ ਘਰ 'ਚ ਫੋਨ ਕੀਤਾ ਕਹਿੰਦੇ ਆਖਿਓ ਜੀ ਫਿਰ ਕੀ ਹੋ ਗਿਆ, ਇਹ ਮੁੰਡੇ ਨੇ ਮਤਲਬ ਖੇਡ ਬਣਾਈ ਹੋਈ ਹੈ। ਫਲਾਣੀ ਜਗ੍ਹਾ ਲੰਗਰ ਲਾਉਣਾ ਜੀ, ਫਲਾਣੀ ਜਗ੍ਹਾ ਕੱਪੜੇ ਦੇਣੇ ਜੀ,
ਅਸੀਂ ਇਸ ਜਗ੍ਹਾ ਮਦਦ ਕਰਦੇ ਹਾਂ ਜੀ। ਇਸ ਤਰੀਕੇ ਦੇ ਨਾਲ ਸੋ ਫਿਰ ਲੋਕਾਂ ਦੀ ਭਾਵਨਾ ਉਹ ਇਸ ਬਾਣੇ ਤੋਂ ਗਈ ਹੋਈ ਹੈ। ਆ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਹੈ, ਆ ਜਿਹੜੇ ਬੱਸਾਂ ਵਾਲੇ ਨੇ ਕਨੈਕਟਰ ਆਦਿਕ, ਉਹ ਹੋਰ ਹੀ ਤਰ੍ਹਾਂ ਵੇਖਣਗੇ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਐਸਾ ਸੁਭਾਅ ਨਹੀਂ ਹੋਣਾ ਚਾਹੀਦਾ ਕਿ ਜੇ ਬਾਣਾ ਪਾਇਆ, ਚੋਲਾ ਪਾਇਆ ਜਾਂ ਸਾਧ ਬਣੇ ਨੇ ਤੇ ਕੇਵਲ ਮੰਗਣ ਦੀ ਭਾਵਨਾ ਨਹੀਂ ਹੋਣੀ ਚਾਹੀਦੀ, ਇਹਦੇ ਨਾਲ ਤ੍ਰਿਸ਼ਨਾ ਨਹੀਂ ਬੁਝਦੀ ਹੈ। ਆਸਨ ਸਿੱਧ ਸਿੱਖੈ ਮਿਲ ਸੰਗ ਸਾਧ ਦਇਆ ਕਰ ਲਹੀਆ। ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ 'ਚ ਮਿਲੇ ਤਾਂ ਉਹਨਾਂ ਦੀ ਮਿਹਰ ਕਰਕੇ ਸਰੂਪ ਰੂਪੀ ਤੁਰਿਆ ਪਦ ਰੂਪੀ ਘਰ ਪ੍ਰਾਪਤ ਕਰ ਸਕਦਾ ਹੈ। ਸੋ ਕਬੀਰ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹੋ, ਸਾਗਤ ਸੰਗ ਨਾ ਕੀਜੀਏ ਜਾਤੇ ਹੋਏ ਬਨਾਹੋ। ਸੋ ਜਿੰਨੇ ਵੀ ਸੇਵਾ ਕਰਨ ਵਾਲੇ ਹੋਣਗੇ ਉਹ ਆਮ ਮਨੁੱਖ ਹੋਣਗੇ, ਜਿੰਨੇ ਸੰਗਤ 'ਚ ਬੈਠੇ ਹੋਣਗੇ ਉਹ ਵੀ ਆਮ ਗ੍ਰਸਤੀ ਬੰਦੇ ਹੋਣਗੇ। ਜਦੋਂ ਅੰਮ੍ਰਿਤ ਛਕ ਲਈਦਾ ਸੋਚੀਦਾ ਪਤਾ ਨਹੀਂ ਆਪਾਂ ਕੋਈ ਵਿਸ਼ੇਸ਼ ਬਣ ਗਏ ਆ, ਹੁਣ ਸਾਨੂੰ ਸੇਵਾ ਦੀ ਲੋੜ ਨਹੀਂ ਜਾਂ ਕਥਾ ਕੀਰਤਨ ਨਹੀਂ ਸੁਣਨ ਦੀ ਲੋੜ, ਹੁਣ ਤਾਂ ਆਪਾਂ ਸਿੰਘ ਬਣ ਗਏ ਆ, ਅੰਮ੍ਰਿਤ ਛਕ ਲਿਆ ਹੈ। ਇੰਜ ਹੁੰਦਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਜੇ ਸੰਗਤ ਨਹੀਂ ਕੀਤੀ ਤੇ ਦਇਆ ਦੇ ਘਰ ਵਿੱਚ ਨਹੀਂ ਆਏ ਤਾਂ ਸਾਧ ਬਣਨ ਦਾ ਕੋਈ ਲਾਭ ਨਹੀਂ ਹੈ। ਆਸਨ ਸਿੱਧ ਸਿੱਖੈ ਬਹੁ ਤੇਰੇ, ਜੇ ਕੋਈ ਸਿੱਧਾਂ ਵਾਲੇ ਬੇਅੰਤ ਆਸਨ ਲਾਉਣੇ ਸਿੱਖ ਲਵੇ। ਮਨ ਮੰਗੈ ਰਿੱਧ ਸਿੱਧ ਚੇਟਕ ਚਿਟਕਈਆ, ਤਾਂ ਵੀ ਉਹ ਮਨ 'ਚ ਰਿੱਧੀਆਂ ਸਿੱਧੀਆਂ ਤੇ ਜਾਦੂਗਰਾਂ ਵਾਂਗ ਤਮਾਸ਼ਾ ਲਾਉਣਾ ਹੀ ਮੰਗਦਾ ਹੈ। ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੈ, ਉਹਦੇ ਮਨ 'ਚ ਪਦਾਰਥਾਂ ਵੱਲੋਂ ਤ੍ਰਿਪਤੀ ਨਹੀਂ ਆਉਂਦੀ, ਸੰਤੋਖ ਤੇ ਸ਼ਾਂਤੀ ਨਹੀਂ ਆਉਂਦੀ ਹੈ। ਸਾਧੂ ਤ੍ਰਿਪਤ ਹਰ ਨਾਮ ਸਿਧ ਪਈਆ, ਇਸ ਲਈ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ 'ਚ ਮਿਲ ਕੇ ਜਿਹਨੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਪਾਈ ਹੈ ਜਾਂ ਨਾਮ ਦੁਆਰਾ ਮੁਕਤੀ ਦੀ ਪ੍ਰਾਪਤੀ ਕੀਤੀ, ਉਹੀ ਪਦਾਰਥਾਂ ਵੱਲੋਂ ਤ੍ਰਿਪਤ ਹੋਇਆ ਹੈ। ਅੰਡਜ ਜੇ ਰਜ ਸੇ ਤਜ ਉਤਪੁਜ, ਇਹ 4 ਪ੍ਰਕਾਰ ਦੀ ਸ੍ਰਿਸ਼ਟੀ ਹੈ। ਸਭ ਵਰਨ ਰੂਪ ਜੀ ਜੰਤ ਪਈਆ, ਅਨੇਕਾਂ ਰੰਗਾਂ ਰੂਪਾਂ ਵਾਲੇ ਸਾਰੇ ਜੀਆ ਜੰਤ ਅਕਾਲ ਪੁਰਖ ਨੇ ਪੈਦਾ ਕੀਤੇ ਹਨ। ਸਾਧੂ ਸਰਨ ਪਰੈ ਸੋਇ ਉਬਰੈ, ਇਸ ਸ੍ਰਿਸ਼ਟੀ ਵਿੱਚੋਂ ਜੋ ਵੀ ਸ੍ਰੇਸ਼ਟ ਸੰਤਾਂ ਦੀ ਸ਼ਰਨ 'ਚ ਪੈਂਦਾ ਉਹ ਸੰਸਾਰ ਸਮੁੰਦਰ 'ਚ ਡੁੱਬਣ ਤੋਂ ਬਚ ਜਾਂਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ, ਇਹਨਾਂ ਵਿੱਚੋਂ ਕੋਈ ਵੀ ਹੈ, ਭਾਵੇਂ ਉਹ ਚੰਡਾਲ ਵੀ ਹੋਵੇ ਮਹਾ ਚੰਡਾਲ ਵੀ ਹੈ, ਜੇ ਸੰਗਤ 'ਚ ਆ ਜਾਏਗਾ ਤਾਂ 4 ਵਰਨਾਂ ਦੇ ਤੇ ਮਾੜੇ ਤੋਂ ਮਾੜੇ ਤਰ ਜਾਣਗੇ। ਬੀਜ ਮੰਤਰ ਸਰਬ ਕੋ ਗਿਆਨ, 4 ਵਰਨਾਂ ਮੈਂ ਜਪੈ ਕੋ ਨਾਮ। ਨਾਮਾ ਜੈ ਦੇਉ ਕਬੀਰ ਤਲੋਚਨ, ਇਹ ਭਗਤਾਂ ਦੇ ਨਾਮ ਗੁਰੂ ਸਾਹਿਬਾਂ ਨੇ ਲਿਖੇ ਹਨ। ਓ ਜਾਤ ਰਵਿਦਾਸ ਚਮਿਆਰ ਚਮਈਆ, ਹਰ ਚੰਮ ਦੀ ਕਾਰ ਕਰਨ ਵਾਲੇ ਰਵਿਦਾਸ ਭਗਤ ਜੀ ਨੀਵੀਂ ਜਾਤ ਵਾਲੇ ਝਮਿਆਰਾਂ ਜੋ ਝਮਿਆਰ ਸਨ। ਜੋ ਮਿਲੈ ਸਾਧੂ ਜਨ ਸੰਗਤ, ਇਹ ਭਾਈ ਇਹਨਾਂ ਤੋਂ ਜਿਹੜਾ ਜਿਹੜਾ ਵੀ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ 'ਚ ਮਿਲਿਆ ਹੈ, ਧੰਨ ਧੰਨ ਜੱਟ ਸੈਣ ਮਿਲਿਆ ਹਰ ਦਈਆ, ਉਹ ਕਲਿਆਣ ਨੂੰ ਪ੍ਰਾਪਤ ਹੋਇਆ ਹੈ। ਜੱਟ ਜਾਤੀ ਵਾਲੇ ਧੰਨਾ ਭਗਤ ਜੀ ਤੇ ਨਾਈ ਜਾਤ ਵਾਲੇ ਸੈਣ ਭਗਤ ਜੀ ਨੂੰ ਵੀ ਸਾਧੂਆਂ ਦੀ ਸੰਗਤ ਵਿੱਚ ਹੀ ਦਿਆਲੂ ਪਰਮਾਤਮਾ ਪ੍ਰਾਪਤ ਹੋਇਆ ਹੈ। ਜਨਾ ਕੀ ਹਰ ਪੈਜ ਰਖਾਈ, ਕਿਉਂਕਿ ਜੇ ਰੱਬ ਨੂੰ ਲੱਭਣਾ ਹੋਵੇ ਤੇ ਸੰਗਤ ਵਿੱਚੋਂ ਲੱਭ ਸਕਦਾ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸ਼ਾਂਤ ਚਿਤ ਮਹਾਤਮਾ ਜਨਾਂ ਦੀ ਪਰਮਾਤਮਾ ਨੇ ਆਪ ਹੀ ਲੋਕ ਪਰਲੋਕ 'ਚ ਇੱਜ਼ਤ ਰਖਾਈ ਹੈ। ਭਗਤ ਵਛਲ ਅੰਗੀਕਾਰ ਕਰਈਆ, ਭਗਤੀ ਕਰਨ ਵਾਲਿਆਂ ਨਾਲ ਮਹਾਰਾਜ ਪਿਆਰ ਕਰਨ ਵਾਲਾ ਹੈ। ਆਪ ਦੇ ਸੇਵਕਾਂ ਦਾ ਆਪ ਹੀ ਪੱਖ ਕੀਤਾ ਹੈ। ਨਾਨਕ ਸਰਨ ਪਰੀ ਜਗ ਜੀਵਨ, ਗੁਰੂ ਸਾਹਿਬ ਜੀ ਫਰਮਾਉਂਦੇ ਕਿ ਇਸ ਪ੍ਰਕਾਰ ਜੋ ਮਨੁੱਖ ਜਗਤ ਦੇ ਜੀਵਨ ਨੂੰ ਪਰਮਾਤਮਾ ਦੀ ਸ਼ਰਨ 'ਚ ਪਏ ਹਨ, ਹਰ ਹਰ ਕਿਰਪਾ ਤਾਰ ਰਖਈਆ, ਉਹਨਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਨੇ
आपदी मेहर की दृष्टि धार के संसार समुद्र विच डुबण तो किरपा करके रख लिया है। इत्थे कथा की लड़ीवार की समाप्ति करते हैं जी, क्योंकि अज साहिबजादियां दा शहीदी दिहाड़ा है। उन्हां दे नाम भी आपां याद करने ने। दो पंक्तियां सरवण करके फतेह बुलाओ। संत जना के हर पैज रखाई, भगत वछल अंगीकार करैया। नानक सरन परे जग जीवन, हर हर कृपा धार रखैया। वाहिगुरु जी का खालसा, वाहिगुरु जी की फतेह। गुरु प्यारी साध संगत जीओ, आ शहीदी पंद्रवाड़ा शहीदां दे दिन चल रहे ने। पहला 8 पोह नूं आपने वड्डे साहिबजादियां दा शहीदी जोड़ मेला मनाया। अज वाहू वाहू गोबिंद सिंह आपे गुरचेला, कलगीधर दशमेश पिता धन श्री गुरु गोबिंद सिंह साहिब जी महाराज दे छोटे साहिबजादा बाबा जोरावर सिंह, बाबा फतेह सिंह साहब ते माता गुजर कौर जी का शहीदी दिहाड़ा, क्योंकि अज 13 पोह है। 5 ते 6 पोह की दरम्यानी रात नूं गुरु महाराज साहब ने आनंदपुर साहब का किला छड्डिया। छड्डन लग्या बचन किया कि जो आपदे 3 कपड़े ने उही नाल लेने ने, समान नहीं चुकना। माया तेला जो भी इत्थे रहन दिओ। कुछ तो महाराज ने दरिया च सटा दिता, जो भी कुछ है कहते रख दिओ। माता गुजरी जी ने गुरु साहब जी की आग्ञा तो बगैर सोने दियां मोहरां दी एक खुरजी नाल लै लई कि मेरे बच्चे नाल ने, किते माया काम आएगी। वो प्रभु की माया सीगी, जो विधि बानी सो बानी सी। वाहिगुरु के भाणे विच जो भी कुछ होया सब महाराज ने वाहिगुरु का हुक्म करके सिर मत्थे मन्निया। वो रब ने ही सब कुछ कराया, समझ लो। साहिबजादे आए ही कुर्बानी करन लई, सिखां दी नीहां मजबूत करन लई ते धर्म दे प्रति दृढ़ता भरोसा सिद्ध रख के कुर्बानी का जज्बा करन लई आए सन। सो वैसी विधि बनी। जो हमला होया सरसा ते परिवार विछड़िया। वड्डे साहिबजादे कलगीधर महाराज सरसा तो पार होके 40 सिंघां समेत चमकौर की गढ़ी में जाके विराजमान हुए और उत्थे उन्होंने कुर्बानी की। भाई बचित्र सिंह साहब, कोटला निहंग खां, सो तिन्हां दे गृह विखे फटड़ होए इलाज अधीन उत्थे रहे। साड़ियां मातावां सरसा तो पार होके भाई मनी सिंह नाल दिल्ली पहुँच गई, क्योंकि भाई मनी सिंह दिल्ली दे सन। लखी शाह बनजारे दी कुल दे विचों सन, कुर्बानी वाले। गुरु साहब ने आप आग्या की भी इन्हों आप दे नाल लै जाओ दिल्ली। गंगू ब्राह्मण लोग रसोईया कहते ने, पर महापुरख संत गुरबचन सिंह साहब जी ने दसिया है कि 22 साल गुरु घर तो मंग के खांदा रहा। बामणा का काम मंगना ही हुंदा, रसोईया नहीं सीगा। गुरु साहब का लंगर अमृतधारी सिंह तैयार करते सन, ब्राह्मण मंगता सीगा गुरु घर का। अने माता जी भोले भाले सीगे। गुरुद्वारे रहने वालियां कोई इन्नी ज़्यादा संसार की समझ नहीं होंदी, ठगियां ठोरियां की। कोई कित्थों बोलदा, माता जी ने महसूस ही ना किया। उन्हें गल्लां च ला के आख्या, माता जी चलो मैं तुहानूं अपने घर ले जांदा हाँ। उत्थों ही नाल लै लिया। मोहरियां दीयां खुरजियां ते उहदा मन उठ गया। साध संगत जीओ, सरसा पार होए, घुम्मा माशकी नवा ही अस्थान प्रगट होया। थोड़ा ही चिर होया, 5-7 सालां दा। सो इन्नी बेड़ी ते चढ़ के पार किया। इहदी झोंपड़ी दे विच रात कट्टी। गंगू आपदे पिंड खेड़ी जां सहेड़ी लै गया। आप जानते हो कि सोने दियां मोहरां लगा के ते मुड़ के माता जी नूं कहण लगा भी आपदी चीज़ सामभ के रखियो ते चोर चार आउंदे ने। माता जी ने महसूस किया, आख्या गंगूआ इत्थे खुरजी पई सीगी,
फिर आपे ही रौला पाता, कहते तुसीं मैनूं चोर बना रहे हो। मरिंडे थाने च रिपोर्ट की ते साहिबजादियां नूं माता जी नूं गिरफ्तार करा के सूबा सरहंद की कचहरी च इन्हें पेश कर दिता। ठंडे बुरज दे विच रातां कट्टियां। मोती महरे ने जे दुध छकाया ते बच्चे दे घर वाली ते उहदी मां समेत जो भी गहना गट्टा सी पहरेदारां नूं दे के दुध पिआउंदा रहा। जद सरकार नूं पता लगा ते कोल्लू च नपीड़ के उन्हां दा भी शहीदी दिहाड़ा जे अज दी शहीदी दे नाल ही उहदा संबंध है मोती महरा जी दा। परिवार समेत उन्हें साहिबजादियां नूं दुध छकाउण बदले आप दी कुर्बानी की। सिर धड़ दी बाजी ये लांगरी सीगा सरकार दा, जो सरकारी बंदियां नूं लंगर छकाउंदा हुंदा सीगा ते आउण जाण ते कोई शक नहीं सी करदा। इहदी बहुत वड्डी कुर्बानी है। साहिबजादियां नूं अनेकां लालच दिते गए। उन्हां पैर दी जुत्ती नाल ठुकरा के आख्या भी तेरे लालच उपर ये साडे पैर दी जुत्ती, तेरी शरह दे उपर जुत्ती, असीं आप दा धर्म नहीं त्यागांगे। साध संगत जी जयकारे छड्डदे होए इतिहास ये भी कहता है कि अनेकां तशद्दद भी उन्हां ते कीते गए, डराया धमकाया गया, शरीरक तौर पर तंग परेशान किया गया, पर साहिबजादियां ने धर्म नहीं त्यागिया। जिंदा नीहां दे विच चिन करके अज दे दिन सूबा सरहंद ने साध संगत जी उस साहिबजादियां नूं शहीद किया। उत्थे गुरुद्वारा फतेहगढ़ साहिब शशोभत है। थल्ले जिहड़ियां नीहां ने उस तरह ही कायम हैं। साहिबजादियां दा पुरातन जो अस्थान है उस अस्थान से अजे भी साहिबजादे जयकारे छड्डदे आप नूं दर्शन देंदे ने। साध संगत जी वो हमेशा अमर हैं। ये भी जिक्र आउंदा है कि जब गल तक अपना कंध आई तो उस वक्त जरवाणिया ने साहिबजादियां दे सीस नूं कट दिता, जां कंध दाड़ दाड़ करके डिग पई, लम्मे पियां दे शरीर कट दिते। पर आपां यही मनदे हां कि जिउंदा नीहां च उन्हां नूं शहीद किया गया। सिर तक पूरी कंध चिन दिती गई ते फिर कंध डिगी है। फिर डिगियां दे बाद विच भी वार किया गया। टोडर मल दीवान सोने दी मोहरां विछा के गुरुद्वारा ज्योति स्वरूप वाला अस्थान समय दी सरकार मुसलमानों कोलों ने मुल खरीद के तिन्ना शरीरां दा माता गुजरी जी जद आके मोती महरे ने खबर दी ते माता जी उत्थे ही श्वास त्याग गए। 10वें द्वार थाने श्वास कढ़ के सचखंड चले गए। तिन्ने रूहां बाबा करतार सिंह खालसा पिंडा वाले ने दसिया, उन्हां तो मैं कथा सुनी, कहंदे भी गलगीधर दे चरनां च हाजिर होईयां। आख्या महाराज सानू आग्या दिओ, ते महाराज कहन लगे भी ठहर जाओ, साडा मैसेज लेंदे जाओ। ख्याल पातशाही 10वीं मित्र प्यारे नू हाल मुरीदां दा कहना, तुद बिन रोग रजाइयां दा ओढ़न, नाग निवासां दी रहना, सूल सुराही खंजर प्याला, बिंग कसाइयां दा सहना, यारड़ी दा सानू सत्थर चंगा, पठ केड़ियां दा रहना। ये साहिबजादियां नू मैसेज दिता सी भी परमात्मा नू सनेहा दे दिओ। इउं महाराज सच्चे पातशाह ने प्रभु दे भाणे नू मट्ठा करके मन्निया। जद रायकोट राय कल्ले ने माही दे द्वारा इन्हां दी खबर मंगाई ते महाराज ने लम्मे जटपुरे या गुरुद्वारा टालीआणा साहब रायकोट जड़ पुट के काई दे बूटे दी आख्या भी इन्हां दी जड़ पुट्टी गई। इउं महाराज ने इन्हां दा मलिया मेट कीता। गुरु तेग बहादुर ने जान बुझ के सीस तां पेटा किया भी हिंदू धर्म बचाउणा। इउं साहिबजादियां दी कुर्बानी भी उन्हां दी आप दी मर्जी दे नाल वाहिगुरू दे भाणे विच तां होई है क्योंकि इन्हां दी जुलमी राज दी जड़ पुट्टनी सी ते धर्म दा राज कायम करना सीगा। इन्हां कुर्बानियां करके ही अज असीं आप दीयां कोठियां च रह रहे हां, कारां च घुम रहे हां। इसलिए शहीदां दे पवित्र स्थान ते बैठ के करोड़ां करोड़ां बार शहीदां नूं नमस्कार करदे हां। अज दे दीवान दी समाप्ति करदे हां जी। भुल्लां चूकां क्षमा करो, अगे तो समत बख्शो। वाहिगुरू जी का खालसा, वाहिगुरू जी की फतेह।